ਦਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਂ ਤੇ ਤੁਮਰੋ ਪਰਖਣ ਕਰਕੇ ਬੋਹਰਾਂ ਦੇ ਉਪਦੇਸ਼ ਵਿਚਰਕੈ। ਹੋ ਉਦਾਰ ਤੋ ਦੀਜੈ ਸਭ ਹੀ। ਹੋਵੈ ਹੈ ਗਿਆਨ ਪ੍ਰਾਪਤ ਤਬ ਹੀ। ਤਾਂ ਤੇ ਤੁਮਰੋ ਪਰਖਣ ਕਰਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਿਵਾਜ ਭਗਤ ਵਛਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਤੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਨਿਤਨੇਮ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਜੋ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ, ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਜਿਹੜਾ ਹੈ ਚਲਦੇ ਚਲਦੇ ਸਮੁੰਦਰ ਵਿੱਚ ਨਾਰਦ ਮੁਨੀ ਨੂੰ ਉਸ ਦੀ ਪਤਨੀ ਕਲੇ ਨੂੰ ਉਪਦੇਸ਼ ਕਰਕੇ ਚਲਦਿਆਂ ਚਲਦਿਆਂ ਜਦੋਂ ਸਮੁੰਦਰ ਵਿੱਚ ਇੱਕ ਟਾਪੂ ਆਇਆ, ਜਿਸ ਟਾਪੂ ਦਾ ਨਾਮ ਵਸੀਹਰ ਦੇਸ਼ ਸੀ, ਮਣੀਪੁਰ ਰਿਆਸਤ। ਉੱਥੇ ਇੱਕ ਸ਼ਹਿਰ ਰਾਜਧਾਨੀ ਅਸੀਮਫਲ ਨਾਮ ਦੀ, ਜਿੱਥੋਂ ਦਾ ਸੁਦਰਸੈਨ ਰਾਜਾ ਸੀ, ਉਸ ਦਾ ਭਾਣਜਾ ਇੰਦਰਸੈਨ ਇਸ ਇਲਾਕੇ ਵਿੱਚ ਸਤਿਗੁਰੂ ਸਾਹਿਬ ਜੀ ਪਹੁੰਚੇ ਹੈ। ਅਤੇ ਜਦੋਂ ਗੁਰੂ ਮਹਾਰਾਜ ਇਸ ਸ਼ਹਿਰ ਦੇ ਨੇੜੇ ਪਹੁੰਚੇ ਹਨ ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੀ ਜੇ ਆਪ ਜੀ ਦੀ ਆਗਿਆ ਹੋਵੇ ਅਤੇ ਮੈਂ ਕਦੇ ਸ਼ਹਿਰ ਵਿੱਚ ਮੰਗ ਕੇ ਭੋਜਨ ਹੀ ਛਕ ਲਵਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਵੀ ਤੁਹਾਡਾ ਕੋਈ ਇੱਥੇ ਜਾਣਕਾਰ ਹੈ, ਕੋਈ ਮਿਲਾਪੀ ਹੈ?
ਕਹਿੰਦੇ ਮਹਾਰਾਜ ਮੇਰਾ ਤਾਂ ਕੋਈ ਮਿਲਾਪੀ ਨਹੀਂ ਹੈ, ਜੇ ਤੁਸੀਂ ਆਪ ਜਿੱਥੇ ਆਗਿਆ ਕਰੋ ਉੱਥੇ ਚਲੇ ਜਾਵਾਂਗੇ। ਗੁਰੂ ਸਾਹਿਬ ਜੀ ਕਹਿੰਦੇ ਵੀ ਇੱਥੇ ਇੱਕ ਤਰਖਾਣ ਗੋਤ ਦਾ ਪਾਖਰ ਨਾਮ ਦਾ ਹੈ ਮਨੁੱਖ, ਉਹਦਾ ਅੱਗੇ ਪੁੱਤਰ ਹੈ ਝੰਡਾ ਬਾਢੀ, ਉਹਦੇ ਘਰ ਚਲਿਆ ਜਾ ਤੇ ਉੱਥੋਂ ਭੋਜਨ ਮੰਗ ਕੇ ਖਾ ਲਈ। ਭਾਈ ਮਰਦਾਨਾ ਜੀ ਗੁਰੂ ਜੀ ਦੀ ਆਗਿਆ ਲੈ ਕੇ ਆ ਗਏ, ਪੁੱਛਦੇ ਫਿਰਦੇ ਐ। ਅਖੀਰੀ ਅੱਗੋਂ ਇੱਕ ਮਨੁੱਖ ਮਿਲਿਆ। ਉਸ ਮਨੁੱਖ ਨੇ ਕਿਹਾ ਵੀ ਤੂੰ ਕੌਣ ਹੈ, ਕਿੱਥੇ ਜਾਣਾ ਹੈ, ਤੇ ਆਪ ਕਿਸ ਕੰਮ ਵਾਸਤੇ ਐਵੇਂ ਸ਼ਹਿਰ ਵਿੱਚ ਤੁਰੇ ਫਿਰ ਰਹੇ ਹੋ। ਭਾਈ ਮਰਦਾਨਾ ਜੀ ਕਹਿੰਦੇ ਵੀ ਹੇ ਭਾਈ ਮੈਂ ਪਰਦੇਸੀ ਹਾਂ, ਇੱਥੇ ਨਾਮ ਮੇਰਾ ਮਰਦਾਨਾ ਹੈ, ਤੇ ਝੰਡਾ ਬਾਢੀ ਇੱਥੇ ਹੈ, ਜੇ ਉਹਦਾ ਤੈਨੂੰ ਪਤਾ ਤੇ ਮੈਨੂੰ ਦੱਸ ਦੇ, ਸਾਰਾ ਕੁਝ ਮੈਂ ਉਹਨੂੰ ਹੀ ਦੱਸ ਦਿਆਂਗਾ ਵੀ ਮੈਨੂੰ ਕੰਮ ਕੀ ਹੈ। ਕਹਿੰਦੇ ਵੀ ਠੀਕ ਹੈ। ਉਹ ਜੋ ਇੰਦਰਸੈਨ ਹੈ ਉਹ ਨਾਲ ਲੈ ਕੇ ਭਾਈ ਮਰਦਾਨੇ ਨੂੰ ਭਾਈ ਝੰਡਾ ਬਾਢੀ ਦੇ ਘਰ ਆ ਗਿਆ। ਉਹ ਜਾਂਦਿਆਂ ਨੂੰ ਮੰਜੀ ਉਣ ਰਿਹਾ ਸੀ, ਬਣਾ ਰਿਹਾ ਸੀ। ਜਦੋਂ ਵੇਖਿਆ ਵੀ ਕੋਈ ਬਾਹਰੋਂ ਆਇਆ ਤੇ ਸਤਿਕਾਰ ਨਾਲ ਹੀ ਉੱਠ ਕੇ ਖੜੇ ਹੋ ਗਏ। ਫਿਰ ਉੱਥੇ ਸਾਰੀ ਵਿਚਾਰ ਵਟਾਂਦਰਾ ਹੋਇਆ। ਇੰਦਰਸੈਨ ਨੇ ਦੱਸਿਆ ਵੀ ਭਾਈ ਝੰਡਾ ਬਾਢੀ ਹੈ, ਮੈਨੂੰ ਤਾਂ ਕੁਝ ਨਹੀਂ ਦੱਸਿਆ ਇਸਨੇ, ਆ ਵੀ ਤੁਸੀਂ ਪੁੱਛ ਲਓ, ਕੋਈ ਖਾਸ ਹੀ ਕੰਮ ਹੋਣਾ ਹੈ। ਫਿਰ ਉਹ ਭਾਈ ਝੰਡਾ ਬਾਢੀ ਨੇ ਕਿਹਾ ਵੀ ਹਾਂਜੀ ਤੁਸੀਂ ਕੌਣ ਹੋ, ਮੈਂ ਤੁਹਾਨੂੰ ਜਾਣਦਾ ਨਹੀਂ ਹਾਂ। ਕਹਿਣ ਲੱਗੇ ਭਾਈ ਮਰਦਾਨਾ ਜੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਭੇਜਿਆ ਹੈ, ਜੋ ਗੁਣਾਂ ਦੀ ਖਾਣ ਹਨ। ਇਹ ਸੁਣ ਕੇ ਹੈਰਾਨ ਹੋ ਗਿਆ ਝੰਡਾ ਬਾਢੀ ਵੀ ਅੱਜ ਤੱਕ ਮੈਂ ਤੇ ਇਹੋ ਜਿਹਾ ਨਾਮ ਨਹੀਂ ਕਦੀ ਸੁਣਿਆ, ਆਹ ਤੇ ਨਵਾਂ ਹੀ ਨਾਮ ਸੁਣਿਆ ਅੱਜ ਤੁਹਾਡੇ ਕੋਲੋਂ। ਭਾਈ ਮਰਦਾਨਾ ਜੀ ਕਹਿੰਦੇ ਵੀ ਠੀਕ ਹੈ, ਜੇ ਤੁਸੀਂ ਨਹੀਂ ਸੁਣਿਆ ਨਾਮ ਜਾਂ ਨਹੀਂ ਪਹਿਚਾਣਦੇ, ਉਹ ਤੁਹਾਨੂੰ ਜਾਣਦੇ ਸਭ ਚੰਗੀ ਤਰ੍ਹਾਂ। ਬਿਨਾਂ ਜਾਣੇ ਦੱਸੋ ਕੌਣ ਕਿਸੇ ਕੋਲ ਭੇਜਦਾ ਹੈ, ਕੌਣ ਆਉਂਦਾ ਹੈ? ਜੇ ਪਛਾਣ ਹੈ, ਜਾਣ ਪਛਾਣ ਹੈ ਤਾਂ ਹੀ ਤਾਂ ਭੇਜਿਆ ਮੈਨੂੰ ਤੁਹਾਡੇ ਕੋਲ। ਫਿਰ ਇਹਨਾਂ ਪੁੱਛਿਆ ਵੀ ਕਿਹੋ ਜਿਹਾ ਇਹਨਾਂ ਦਾ ਲਿਬਾਸ ਭੇਸ ਹੈ, ਕਿਸ ਤਰ੍ਹਾਂ ਨਾਲ ਉਹ ਰਹਿੰਦੇ, ਕਿਹੋ ਜਿਹੇ ਕੱਪੜੇ ਪਾ ਕੇ ਰੱਖਦੇ ਹੈ, ਕੀ ਉਹਨਾਂ ਦੀ ਰੀਤੀ ਮਰਿਆਦਾ ਹੈ, ਜਿਸ ਕਰਕੇ ਮੈਂ ਉਹਨਾਂ ਨੂੰ ਮਿਲਾਂ ਅਤੇ ਮੈਂ ਉਵੇਂ ਉਹਨਾਂ ਨਾਲ ਗੱਲਬਾਤ ਕਰਾਂ। ਭਾਈ ਮਰਦਾਨਾ ਜੀ ਨੇ ਕਿਹਾ ਵੀ ਜਦੋਂ ਤੂੰ ਜਾਣਾ ਹੈ ਗੁਰੂ ਨਾਨਕ ਸਾਹਿਬ ਜੀ ਪਾਸ, ਸਤ ਕਰਤਾਰ, ਧਨ ਕਰਤਾਰ, ਸੁਭਾਏਮਾਨ ਕਰਤਾਰ ਕਹਿਣਾ। ਉਹ ਫਿਰ ਭੋਜਨ ਤਿਆਰ ਕਰਵਾ ਕੇ ਚੰਗੇ ਚੰਗੇ ਸਿਰ 'ਤੇ ਆਪਣੇ ਚੰਗੇਰ ਰੱਖ ਕੇ ਅੱਗੇ ਲਾ ਕੇ ਭਾਈ ਮਰਦਾਨਾ ਜੀ ਨੂੰ ਅਤੇ ਉੱਥੇ ਚਲੇ ਗਏ ਜਿੱਥੇ ਸਤਿਗੁਰੂ ਜੀ ਬਿਰਾਜੇ ਸਨ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਹਾਂ, ਜਦੋਂ ਮੱਥਾ ਟੇਕਿਆ, ਹਾਂਜੀ ਭਾਈ ਭੋਜਨ ਕਿਸ ਵਾਸਤੇ ਤਿਆਰ ਕਰਕੇ ਲਿਆਇਓ, ਕੀ ਤੁਹਾਡੀ ਕਾਮਨਾ ਇੱਛਾ ਹੈ? ਕਹਿੰਦੇ ਮਹਾਰਾਜ ਤੁਸਾਂ ਨੂੰ ਪਰਮੇਸ਼ਰ ਨੇ ਭੇਜਿਆ ਹੈ, ਭੋਜਨ ਮੈਂ ਆਪਣੇ ਘਰੋਂ ਤਿਆਰ ਕਰਕੇ ਲਿਆ ਹਾਂ। ਸੰਤ ਨਾਨਕ ਤਾਬਾ ਜੀ ਆਪ ਛਕ ਲਓ ਭੋਜਨ ਅਤੇ ਮੇਰੀ ਕਾਮਨਾ ਪੂਰੀ ਕਰ ਦੇਈਏ। ਗੁਰੂ ਸਾਹਿਬ ਜੀ ਕਹਿੰਦੇ ਵੀ ਝੰਡਾ ਬਾਢੀ ਕੀ ਤੂੰ ਜਾਣਦਾ ਵੀ ਪਰਮੇਸ਼ਰ ਕੈਸਾ ਹੈ, ਉਹਨੂੰ ਪਛਾਣਦਾ ਹੈ? ਕਹਿੰਦੇ ਜੀ ਭਗਤੀ ਮੈਂ ਕਰਦਾ ਹਾਂ, ਅਤੇ ਭਗਤੀ ਦੋ ਜਾਣੇ ਆ, ਇੱਕ ਮੇਰਾ ਮਿੱਤਰ ਹੈ, ਮਿਲ ਕੇ ਭਗਤੀ ਕਰਦੇ ਹਾਂ। ਜਿਸ ਦਿਨ ਗੁਰੂ ਪੂਰੇ ਮਿਲ ਜਾਣਗੇ ਆਪੇ ਉਹ ਆਤਮ ਅਤੇ ਪਰਮਾਤਮਾ ਨੂੰ ਜਣਾ ਦੇਣਗੇ, ਲਿਖਾ ਦੇਣਗੇ। ਗੁਰੂ ਸਾਹਿਬ ਜੀ ਕਹਿੰਦੇ ਵੀ ਤੇਰਾ ਮੁਲਾਪੀ ਕੌਣ ਹੈ? ਕਹਿੰਦੇ ਜੀ ਇੱਥੋਂ ਦਾ ਜੋ ਰਾਜਾ ਹੈ ਸੁਦਰਸੈਨ, ਉਹਦਾ ਭਾਣਜਾ ਹੈ ਇੰਦਰਸੈਨ, ਉਹ ਮੇਰਾ ਮੇਲ ਮਿਲਾਪੀ ਹੈ, ਇਕੱਠੇ ਮਿਲ ਕੇ ਭਗਤੀ ਕਰਦੇ ਹਾਂ। ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਜਿਹੜਾ ਭੋਜਨ ਲਿਆਂਦਾ ਇਹਨੂੰ 5 ਹਿੱਸਿਆਂ 'ਚ ਕਰ ਲਓ, 5 ਹਿੱਸਿਆਂ 'ਚ ਕਰਕੇ ਭਾਈ ਮਰਦਾਨੇ ਨੂੰ ਇੱਕ ਹਿੱਸਾ ਦੇ ਦਿਓ, ਅਤੇ ਜੋ ਤੁਹਾਡਾ ਮਿਲਾਪੀ ਹੈ ਇੰਦਰਸੈਨ ਉਹਨੂੰ ਵੀ ਬੁਲਾ ਲਿਆਓ, ਫਿਰ ਭੋਜਨ ਛਕਾਂਗੇ। ਭਾਈ ਮਰਦਾਨੇ ਨੂੰ ਭੋਜਨ ਦੇ ਦਿੱਤਾ, ਇਹ ਛਕਣ ਲੱਗ ਪਏ ਹੈ। ਉੱਧਰ ਝੰਡਾ ਬਾਢੀ ਜਦੋਂ ਗਿਆ ਹੈ ਅਤੇ ਇੰਦਰਸੈਨ ਬਾਗ ਵਿੱਚ ਬੈਠਾ ਸੀ। ਕਿਹਾ ਵੀ ਇਹ ਮੇਰੇ ਪਰਮ ਮਿੱਤਰ, ਜਿਸ ਗਿਆਨ ਧਿਆਨ ਵਾਸਤੇ ਤੂੰ ਰੋਜ਼ ਧਿਆਨ ਲਾਉਣਾ ਹੈ, ਜਿਸ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਅੱਜ ਐਸੇ ਸੰਤ ਵੀ ਸਾਨੂੰ ਪੂਰਨ ਮਿਲ ਗਏ ਹੈ,
ਤੂੰ ਚੱਲ ਮੇਰੇ ਨਾਲ ਛੇਤੀ ਉਹਨਾਂ ਦਾ ਦਰਸ਼ਨ ਕਰ, ਉਹ ਬੁਲਾ ਰਹੇ ਹੈ। ਜਿੰਨਾ ਚਿਰ ਤੂੰ ਨਹੀਂ ਜਾਏਗਾ ਭੋਜਨ ਨਹੀਂ ਛਕਣਗੇ। ਸੁਣ ਕੇ ਬਹੁਤ ਖੁਸ਼ੀ ਹੋਈ ਹੈ। ਦੋਵੇਂ ਜਾਣੇ ਚੱਲ ਪਏ ਹੈ। ਆਉਂਦਿਆਂ ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਬੈਠ ਕੇ ਬੇਨਤੀ ਕੀਤੀ ਹੈ ਵੀ ਹੇ ਗੁਰੂ ਨਾਨਕ ਸਾਹਿਬ ਤਪਾ ਜੀ, ਜੇ ਤੁਸੀਂ ਗਿਆਨ ਵਿੱਚ ਸੰਪੂਰਨ ਹੋ, ਕਿਰਪਾ ਕਰੋ ਐਸਾ ਉਪਦੇਸ਼ ਗਿਆਨ ਦਾ ਕਰੀਏ ਜਿਸ ਕਰਕੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਸਾਡੇ ਮਨ 'ਚ ਬਹੁਤ ਚਾਹਨਾ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੇ ਤੁਸੀਂ ਆਪਣੇ ਆਤਮ ਸਰੂਪ ਨੂੰ ਜਾਣਨਾ ਚਾਹੁੰਦੇ ਹੋ, ਜੇ ਤੁਸੀਂ ਉਸ ਆਨੰਦ ਸਰੂਪ ਵਿੱਚ ਲੀਨ ਹੋਣਾ ਚਾਹੁੰਦੇ ਹੋ, ਤੇ ਫਿਰ ਜੋ ਪਹਿਲੀ ਮਰਿਆਦਾ ਚੱਲੀ ਆ ਰਹੀ ਹੈ ਯੁੱਗਾਂ ਯੁੱਗਾਂ ਦੀ ਵੀ ਗੁਰੂ ਤੋਂ ਉਪਦੇਸ਼ ਲੈਣ ਤੋਂ ਪਹਿਲਾਂ ਗੁਰੂ ਨੂੰ ਦਛਣਾ ਦੇਣੀ ਪੈਂਦੀ ਹੈ, ਭੇਟਾ ਕਰਨੀ ਪੈਂਦੀ ਹੈ। ਉਹ ਭੇਟਾ ਸਾਨੂੰ ਦੇ ਦਿਓ, ਫਿਰ ਜਿਹੜਾ ਗਿਆਨ ਸਰਵਣ ਕਰ ਲਓ। ਇਹ ਫਿਰ ਸਤਿਗੁਰੂ ਜੀ ਅੱਗੇ ਜਿਵੇਂ ਇਹਨਾਂ ਸਭ ਕੁਝ ਹੀ ਆਪਣਾ ਭੇਟਾ ਕੀਤਾ, ਅਰਪਣ ਕੀਤਾ ਕਿ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਕਿ ਤਨ ਵੀ ਮਨ ਵੀ ਧਨ ਵੀ ਗੁਰੂ ਨੂੰ ਦੇ ਕੇ ਫਿਰ ਗੁਰੂ ਪਾਸੋਂ ਹੁਕਮ ਪਾਉਣਾ ਹੈ, ਗਿਆਨ ਪਾਉਣਾ ਹੈ। ਉਹ ਰੀਤੀ ਮਰਿਆਦਾ ਬਣਾਈ। ਜਿਵੇਂ ਉਹ ਪ੍ਰਸੰਗ ਅੱਜ ਆ ਰਹੇ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਂ ਤੇ ਤੁਮਰੋ ਪਰਖਣ ਕਰਕੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਗੁਰੂ ਦਸ਼ਨਾ ਦਈਏ, ਤੇ ਗੁਰੂ ਦਸ਼ਨਾ ਉਹ ਕਿਵੇਂ ਦੇਣੀ ਹੈ ਵੀ ਜਿਹੜਾ ਸੰਸਾਰ ਨੂੰ ਅਸੱਤ ਝੂਠਾ ਜਾਣ ਕੇ ਵੀ ਇਹ ਪਦਾਰਥ ਵੀ ਝੂਠੇ ਹੈ, ਸੰਸਾਰ ਵੀ ਝੂਠਾ ਹੈ, ਸਭ ਤੋਂ ਪਹਿਲਾਂ ਤਾਂ ਇਹ ਸਾਨੂੰ ਦੇ ਦਿਓ। ਤੇ ਜਿਨ੍ਹਾਂ ਅੰਦਰ ਫਿਰ ਵਿਰਾਗ ਹੋ ਜਾਂਦਾ ਹੈ ਪਦਾਰਥਾਂ ਵੱਲੋਂ, ਸਤ ਦੀ ਵਿਚਾਰ ਜਾਣਨ ਲੱਗ ਪੈਂਦੇ ਆ, ਸ੍ਰੇਸ਼ਟ ਵਿਚਾਰ ਕਰ ਲੈਂਦੇ ਆ, ਉਦਾਰਤਾ ਸਖੀ ਪੁਣਾ ਜਿਨ੍ਹਾਂ ਦੇ ਹਿਰਦੇ ਵਿੱਚ ਆ ਜਾਂਦਾ, ਖੁੱਲ੍ਹਦਿਲੀ ਵਾਲੇ ਹੋ ਜਾਂਦੇ ਆ, ਜਿਨ੍ਹਾਂ ਵਿੱਚ ਐਸੇ ਦੈਵੀ ਗੁਣ ਹੈ, ਉਹਨਾਂ ਨੂੰ ਤੇ ਸੁੱਤੇ ਸਿੱਧੀ ਜਿਹੜਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਬ੍ਰਹਮ ਗਿਆਨ। ਪਰ ਜਿਹੜੇ ਅਜੇ ਸੰਸਾਰ ਦੇ ਵਿਸ਼ਿਆਂ 'ਚ ਹੀ ਲੰਪਟ ਹੈ, ਸੰਸਾਰ ਦੇ ਮੋਹ ਮਮਤਾ ਨਹੀਂ ਤਿਆਗੀ ਹੈ, ਸੰਸਾਰ ਨੂੰ ਹੀ ਸੱਚ ਜਾਣਿਆ ਹੈ, ਉਹਨਾਂ ਨੂੰ ਕੋਈ ਕੀਤਾ ਹੋਇਆ ਉਪਦੇਸ਼ ਹੀ ਉਹ ਸਫਲ ਨਹੀਂ ਹੁੰਦਾ, ਨਿਸਫਲ ਹੀ ਚਲਿਆ ਜਾਂਦਾ। ਕਿਉਂਕਿ ਇਹਨਾਂ ਚੀਜ਼ਾਂ ਤੋਂ ਮੁੱਖ ਮੋੜੇਗਾ ਫਿਰ ਜਾ ਕੇ ਕਿਤੇ ਗਿਆਨ ਦੀ ਅਵਸਥਾ ਦੀ ਗੱਲ ਸ਼ੁਰੂ ਹੁੰਦੀ ਹੈ। ਜਿਹੜੇ ਸੰਸਾਰ ਵਿੱਚ ਤੇ ਵਿਸ਼ਿਆਂ ਵਿੱਚ ਲੰਪਟ ਹੈ, ਉਹਨਾਂ ਨੂੰ ਕੀਤਾ ਹੋਇਆ ਉਪਦੇਸ਼ ਨਿਸਫਲ ਹੋ ਜਾਂਦਾ ਹੈ। ਇਸ ਕਰਕੇ ਹੇ ਭਾਈ ਚੰਡਾ ਬਾਡੀ ਸੁਧ ਇੰਦਰ ਸੈਨ, ਪਹਿਲਾਂ ਅਸੀਂ ਤੁਹਾਨੂੰ ਪਰਖਣਾ ਕਰਕੇ, ਤੁਹਾਡੀ ਪ੍ਰੀਖਿਆ ਕਰਕੇ ਬਹੁਰਾਂ ਦੇ ਉਪਦੇਸ਼ ਵਿਚਰ ਕੇ, ਫਿਰ ਅਸੀਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਜਿਹੜਾ ਗਿਆਨਮਈ ਉਪਦੇਸ਼ ਹੈ ਉਹ ਦੇਵਾਂਗੇ। ਉਹ ਉਦਾਰ ਤੋ ਦੀਜੈ ਸਭ ਹੀ। ਜੇ ਤੁਸੀਂ ਉਦਾਰ ਸਖੀ ਦਾਤੇ ਹੋ, ਭਾਵ ਖੁੱਲ੍ਹ ਦਿਲੀ ਵਾਲੇ ਹੋ, ਵੀ ਤੁਹਾਨੂੰ ਕਿਸੇ ਪਦਾਰਥ ਨਾਲ ਮੋਹ ਪ੍ਰੇਮ ਨਹੀਂ ਹੈ, ਖੁੱਲ੍ਹ ਦਿਲੀ ਹੈ ਅੰਦਰ, ਤੇ ਫਿਰ ਜੋ ਕੁਝ ਤੁਹਾਨੂੰ ਅਸਾਂ ਨੇ ਕਿਹਾ ਹੈ ਉਹ ਆਪਣਾ ਸਾਰਾ ਕੁਝ ਸਾਨੂੰ ਦੇ ਦਈਏ, ਭੇਟਾ ਕਰ ਦਈਏ ਦਛਣਾ ਵਜੋਂ। ਹੋਇਆ ਹੈ ਗਿਆਨ ਪ੍ਰਾਪਤ ਤਬ ਹੀ। ਕਦੋਂ ਹੀ ਫਿਰ ਤੁਹਾਨੂੰ ਜਿਹੜਾ ਬ੍ਰਹਮ ਗਿਆਨ ਉਹ ਪ੍ਰਾਪਤ ਹੋ ਜਾਵੇਗਾ, ਜਦੋਂ ਉਦਾਰਤਾ ਹੋਵੇਗੀ, ਮਨ ਵਿੱਚ ਵਿਰਾਗ ਹੋਵੇਗਾ, ਸਤ ਦੀ ਵਿਚਾਰ ਹੋਵੇਗੀ, ਜੀਵ ਈਸ਼ ਦੀ ਵਿਚਾਰ ਦਾ ਭੇਦ ਹੋਵੇਗਾ, ਗਿਆਨ ਹੋਵੇਗਾ। ਕਹਿਣ ਲੱਗੇ ਹਮਾਰਾ ਧਨ ਧਾਨਾ। ਉਸੇ ਵੇਲੇ ਫਿਰ ਕਹਿ ਦਿੱਤਾ, ਹੈ ਮਹਾਰਾਜ ਗੁਰੂ ਸਾਹਿਬ ਜੀ, ਇਹ ਜੋ ਸਾਡੇ ਕੋਲ ਸਾਡਾ ਧਨ ਹੈ, ਜਿਹੜਾ ਕੋਈ ਸਾਡਾ ਅੰਨ ਹੈ, ਸਦਨ ਸਹਿਤ ਤੁਮ ਚਰਨ ਚੜਾਨਾ। ਫਿਰ ਘਰ ਦੇ ਸਹਿਤ
ਜੋ ਘਰ ਵਿੱਚ ਚੀਜ਼ਾਂ ਵਸਤੂਆਂ ਪਈਆਂ ਅੰਨ ਧਨ ਤੇ ਸਮੇਤ ਘਰ ਦੇ ਸਾਰਾ ਕੁਝ ਅਸੀਂ ਤੁਹਾਡੇ ਚਰਨਾਂ ਵਿੱਚ ਚੜਾ ਦਿੱਤਾ ਹੈ ਅੱਜ ਤੋਂ। ਹਮ ਨਹ ਗ੍ਰਹਣ ਕਰਹਿ ਅਬ ਕੋ। ਅੱਜ ਤੋਂ ਅਸੀਂ ਤੁਹਾਡੇ ਨਾਲ ਵਚਨ ਕਰਦੇ ਹਾਂ ਕੋਈ ਵੀ ਜਿਹੜੀ ਘਰ ਦੀ ਵਸਤੂ ਆ ਕੋਈ ਵੀ ਚੀਜ਼ ਉਹ ਗ੍ਰਹਿਣ ਨਹੀਂ ਕਰਾਂਗੇ। ਘਰ ਵਿੱਚ ਪਈ ਹੋਈ ਕਿਸੇ ਵੀ ਚੀਜ਼ ਨਾਲ ਵਸਤੂ ਨਾਲ ਲੈਣ ਦੇਣ ਨਹੀਂ ਕਰਾਂਗੇ। ਜੋ ਸਰਬੰਸ ਹੁਤੋ ਦੀਅਸੋ। ਜੋ ਸਾਡੇ ਕੋਲ ਸਾਰਾ ਹੈ ਸੀ ਉਹ ਤੁਹਾਨੂੰ ਦੇ ਦਿੱਤਾ ਹੈ ਮਹਾਰਾਜ। ਤੁਨ ਬੋਲੇ ਸ੍ਰੀ ਮੁਖ ਸੁਖ ਰਸਾ। ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਮੁਖ ਤੋਂ ਬਚਨ ਬੋਲੇ ਐ। ਅਬ ਕਿਆ ਰਹਿਓ ਤੁਮਾਰੇ ਪਾਸਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਝੰਡਾ ਬਾਡੀ ਆ ਘਰ ਤੇ ਤੁਸਾਂ ਨੇ ਤੇ ਘਰ ਦੀਆਂ ਵਸਤੂਆਂ ਵੀ ਸਾਰੀਆਂ ਸਾਨੂੰ ਦੇ ਦਿੱਤੀਆਂ। ਹੁਣ ਦੱਸੋ ਵੀ ਤੁਹਾਡੇ ਪਾਸ ਕੀ ਰਹਿ ਗਿਆ ਹੈ। ਕਰ ਵਿਚਾਰ ਉੱਤਰ ਕਹਿ ਧੀਰਾ। ਧੀਰ ਜਵਾਨ ਦੋਵੇਂ ਜਾਣੇ ਬੜਾ ਹੌਸਲਾ ਜਿਹਾ ਕਰਕੇ ਸੋਚ ਵਿਚਾਰ ਕਰਕੇ ਉੱਤਰ ਕਹਿਣ ਲੱਗੇ। ਹਮਰੇ ਢਿੱਗ ਅਬ ਏਕ ਸਰੀਰਾ। ਮਹਾਰਾਜ ਤੁਹਾਨੂੰ ਸਭ ਕੁਝ ਦੇ ਦਿੱਤਾ ਹੁਣ ਸਾਡੇ ਕੋਲ ਕੀ ਰਹਿਣਾ ਹੈ। ਬਸ ਹੁਣ ਤੇ ਇੱਕ ਸਰੀਰ ਹੀ ਹੈ ਸਾਡਾ। ਔਰ ਨਹੀਂ ਕੋ ਵਸਤ ਸਮੀਪਾ। ਹੋਰ ਤੇ ਕੋਈ ਜਿਹੜੀ ਵਸਤੂ ਹੈ ਸਾਡੇ ਕੋਲ ਨਹੀਂ ਹੈ ਨੇੜੇ ਤੇੜੇ ਵੀ ਨਹੀਂ ਹੈ। ਕੌਣ ਬੋਲੇ ਬੇਦੀ ਕੁਲ ਦੀਪਾ। ਜੋ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਹੈ ਸਤਿਗੁਰੂ ਜੀ ਬਚਨ ਬੋਲੇ ਹੈ। ਕਰ ਵਿਚਾਰ ਦੇਖੋ ਮਨ ਮਾਹੀ। ਮਹਾਰਾਜ ਕਹਿਣ ਲੱਗੇ ਵੀ ਵੇਖੋ ਝੰਡਾ ਬਾਡੀ ਤੁਸੀਂ ਸਿਆਣੇ ਹੋ ਗਿਆਨੀ ਹੋ ਆ ਥੋੜਾ ਬਹੁਤਾ ਮਨ ਵਿੱਚ ਸੋਚ ਵਿਚਾਰ ਕੇ ਤਾਂ ਦੇਖੋ। ਇਸ ਸਥਿਰ ਸਦਾ ਸਰੀਰ ਸੋ ਨਾਹੀ। ਇਹ ਜਿਹੜਾ ਤੁਸੀਂ ਕਹਿੰਦੇ ਵੀ ਸਾਡਾ ਸਰੀਰ ਹੈ ਸਾਡੇ ਕੋਲ ਇਹ ਸਰੀਰ ਤੇ ਸਦਾ ਸਥਿਤ ਨਹੀਂ ਹੈ ਸਦਾ ਰਹਿਣ ਵਾਲਾ ਨਹੀਂ ਹੈ। ਜਾਂ ਤੇ ਕਰੋ ਸਮਰਪਣ ਇਹੋ। ਜਦੋਂ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਤੇ ਫਿਰ ਤੁਹਾਡੇ ਕੋਲ ਕਿਵੇਂ ਹੋਇਆ। ਇਹ ਜੋ ਨਾ ਰਹਿਣ ਵਾਲਾ ਸਰੀਰ ਹੈ ਇਸ ਨੂੰ ਸਾਡੇ ਕੋਲ ਸਮਰਪਣ ਕਰ ਦਿਓ ਭੇਟਾ ਵਜੋਂ ਦੇ ਦਿਓ। ਪਾਛੇ ਸ਼ਰਵਨਾ ਗਿਆਨ ਕਰ ਲਿਓ। ਇਹ ਸਰੀਰ ਨੂੰ ਅਰਪਣ ਕਰਕੇ ਸਾਨੂੰ ਤੇ ਬਾਅਦ ਵਿੱਚ ਜਿਹੜਾ ਸ਼ਰਵਣ ਗਿਆਨ ਹੈ ਉਹ ਲੈ ਲਓ ਪ੍ਰਾਪਤ ਕਰ ਲਓ ਜਾਂ ਗਿਆਨ ਦੇ ਸੰਬੰਧ ਵਿੱਚ ਸ਼ਰਵਣ ਕਰ ਲਓ। ਦੋਨੋਂ ਆਇਸ ਮਾਨਸ ਧੀਰਾ। ਦੋਵੇਂ ਜੋ ਭਾਈ ਝੰਡਾ ਵਾਢੀ ਹੈ ਇੰਦਰ ਸੈਣ ਹੈ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਬਹੁਤ ਹੌਸਲੇ ਤੇ ਧੀਰਜ ਸਹਿਤ ਗੁਰੂ ਪੱਗ ਦਿਓ ਸਮਸਰ ਸਮਰਪ ਗੁਰੂ ਪੱਗ ਦਿਓ ਸਮਰਪ ਸਰੀਰਾ। ਗੁਰੂ ਦੇ ਚਰਨਾਂ ਵਿੱਚ ਉਸੇ ਵੇਲੇ ਸਰੀਰ ਸਮਰਪਣ ਕਰ ਦਿੱਤਾ। ਮਹਾਰਾਜ ਇਹ ਸਰੀਰ ਅੱਜ ਤੋਂ ਤੁਹਾਡਾ ਹੈ। ਅਬ ਕਿਆ ਰਹਿਓ ਤੁਮਾਰੇ ਪਾਸੂ। ਜਦੋਂ ਇਹਨਾਂ ਨੇ ਸਰੀਰ ਮਹਾਰਾਜ ਨੂੰ ਸਮਰਪਣ ਕਰ ਦਿੱਤਾ ਭੇਟਾਂ ਵਜੋਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਹੁਣ ਤੁਹਾਡੇ ਕੋਲ ਕੀ ਹੈ। ਦੇਹੋ ਬਤਾਏ ਬਚਨ ਕਹਿ ਆਸੂ। ਬੜੀ ਛੇਤੀ ਸੋਚ ਵਿਚਾਰ ਕੇ ਬਚਨ ਕਹਿ ਕੇ ਦੱਸ ਦਿਓ ਵੀ ਹੁਣ ਕੀ ਬਚਿਆ ਤੁਹਾਡੇ ਕੋਲ। ਸੁਣ ਕਰ ਦੋਨੋਂ ਬੈਨ ਅਲਾਵਾ। ਸੁਣ ਕਰਕੇ ਦੋਵਾਂ ਨੇ ਬਚਨ ਕਿਹਾ। ਆਪ ਤੋ ਅੰਤਹ ਕਰਨ ਰਹਾਵਾ। ਮਹਾਰਾਜ ਸਰੀਰ ਤੁਹਾਨੂੰ ਦੇ ਦਿੱਤਾ ਹੁਣ ਤੇ ਸਾਡੇ ਕੋਲ ਸੰਤੁਸ਼ਟ ਹੈ ਅੰਤਹ ਕਰਨ ਉਹੀ ਰਹਿ ਗਿਆ ਮਨ ਰਹਿ ਗਿਆ ਬੁੱਧ ਰਹਿ ਗਈ ਹੈ ਚਿੱਤ ਰਹਿ ਗਿਆ ਅਹੰ ਭਾਵ ਅਹੰਕਾਰ ਰਹਿ ਗਿਆ ਹੈ। ਜਾਂ ਤੇ ਦੂਜੀ ਵਸਤ ਨਾ ਕੋਈ। ਇਸ ਵਾਸਤੇ ਦੂਜੀ ਤੀਜੀ ਦੇ ਕੋਈ ਸਾਡੇ ਕੋਲ ਵਸਤੂ ਨਹੀਂ ਹੈ ਇਕੱਲਾ ਅੰਤਹ ਕਰਨੀ ਰਹਿ ਗਿਆ ਹੈ। ਹੋਤੀ ਜੋ ਹਮ ਢਿਗ ਭਾਖੀ ਸੋਈ। ਜੋ ਸਾਡੇ ਕੋਲ ਮਹਾਰਾਜ ਵਸਤੂ ਹੈ ਉਹੀ ਅਸੀਂ ਤੁਹਾਨੂੰ ਆਖੀ ਹੈ ਵੀ ਸਾਡੇ ਕੋਲ ਹੁਣ ਮਨ ਬੁੱਧ ਚਿੱਤ ਅਹੰਕਾਰ ਹੀ ਰਹਿ ਗਿਆ ਹੈ। ਸ੍ਰੀ ਗੁਰੂ ਬੋਲੇ ਬਾਹਰ ਪਰਬੀਨਾ। ਅੰਤਰਜਾਮੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਬੋਲੇ ਐ। ਯਹ ਭੀ ਪੰਜ ਤਤ ਨਾ ਕੀਨਾ। ਇਹ ਭਾਈ ਝੰਡਾ ਬਾਡੀ ਜਿਹੜਾ ਤੁਸੀਂ ਕਹਿੰਦੇ ਵੀ ਅੰਤਹ ਕਰਨ ਰਹਿ ਗਿਆ ਸਾਡੇ ਕੋਲ ਇਹ ਵੀ ਪੰਜਾਂ ਤੱਤਾਂ ਨੇ ਕੀਤਾ ਹੋਇਆ ਹੈ।
ਪੰਜਾਂ ਤੱਤਾਂ ਦੇ ਸਤੋ ਗੁਣ ਅੰਸ਼ ਤੋਂ ਤੇ ਰਜੋ ਗੁਣੀ ਅੰਸ਼ ਤੋਂ ਇਹ ਜਿਹੜਾ ਅੰਤःਕਰਨ ਚਤੁਸ਼ਟ ਹੈ, ਮਨ ਬੁੱਧ ਚਿੱਤ ਅਹੰਕਾਰ ਬਣਿਆ ਹੋਇਆ ਹੈ, ਤੱਤਾਂ ਨੇ ਕੀਤਾ ਹੋਇਆ ਹੈ। ਜਾਂ ਕੋ ਕਾਰਨ ਹੋਏ ਅਸਤਿ, ਤੇ ਉਹ ਜਿਹੜੇ ਪੰਜ ਤੱਤ ਉਹ ਹੈ ਅਸਤ, ਜਿਨ੍ਹਾਂ ਦਾ ਆਕਾਰ ਨਹੀਂ ਸਤ ਅਸਤ ਹੋਵੇ, ਨਾ ਰਹਿਣ ਵਾਲਾ ਹੋਵੇ, ਨਾਸਵੰਤ ਹੋਵੇ। ਸੋ ਕਾਰਜ ਨਹਿ ਵਿਖਿਅਤ ਸਤਿ, ਫਿਰ ਉਸ ਦਾ ਜਿਹੜਾ ਕੀਤਾ ਹੋਇਆ ਕਾਰਜ ਹੈ ਉਹ ਵੀ ਸਤ ਨਹੀਂ ਦੇਖੀਦਾ। ਸਤ ਕਿਵੇਂ ਤੁਸੀਂ ਵੇਖ ਰਹੇ ਹੋ ਵੀ ਜਦੋਂ ਪੰਜ ਤਾਤੀ ਨਾਸਵੰਤ ਹੈ, ਨਾਸ ਹੋ ਜਾਣ ਵਾਲੇ, ਫਿਰ ਉਹਨਾਂ ਦਾ ਜੋ ਕਾਰਜ ਹੈ ਇਹ ਮਨ ਬੁੱਧ ਚਿੱਤ ਅਹੰਕਾਰ ਇਹ ਵੀ ਕਿਹੜਾ ਸਥਿਤ ਹੈ, ਇਹਨੂੰ ਕਿਵੇਂ ਤੁਸਾਂ ਨੇ ਸਤ ਵੇਖ ਲਿਆ? ਸਤ ਨਹੀਂ ਹੈ, ਇਹ ਵੀ ਨਾਸਵਾਣੀ ਹੈ। ਤਾਤੇ ਅੰਤఃਕਰਨ ਜੋ ਥਾਰੋ, ਇਸ ਵਾਸਤੇ ਜੋ ਤੁਹਾਡਾ ਅੰਤःਕਰਨ ਹੈ ਸੋ ਅਬ ਦੇ ਕਰ ਹਿਰਦੈ ਵਿਸਾਰੋ। ਉਹ ਵੀ ਸਾਨੂੰ ਦੇ ਕਰਕੇ ਵੀ ਮਹਾਰਾਜ ਮਨ ਵੀ ਦੇਤਾ, ਬੁੱਧ ਵੀ ਦੇ ਦਿੱਤੀ, ਚਿੱਤ ਵੀ ਤੇ ਅਹੰਕਾਰ ਵੀ, ਉਹ ਦੇ ਕਰਕੇ ਹਿਰਦੇ ਚ ਭੁਲਾ ਦੋ। ਪੁਨ ਤੁਮ ਗਿਆਨਾਨੰਦ ਸਮਾਵਹੁ, ਫਿਰ ਜਦੋਂ ਤੁਸੀਂ ਇਹ ਕੁਝ ਅਰਪਣ ਕਰ ਦੋਗੇ, ਜਿਹੜਾ ਗਿਆਨ ਦਾ ਆਨੰਦ ਹੈ ਉਹਦੇ ਵਿੱਚ ਸਮਾ ਜਾਓਗੇ। ਸੰਸੈ ਹੋਏ ਜੋ ਹਮਹਿ ਬਤਾਵਹੁ, ਇਹ ਕੁਝ ਦੇ ਕੇ ਜੋ ਤੁਹਾਨੂੰ ਕੋਈ ਸੰਸਾ ਹੋਵੇਗਾ, ਭਰਮ ਹੋਵੇਗਾ, ਉਹ ਤੁਸੀਂ ਸਾਨੂੰ ਦੱਸ ਦਿਓ। ਆਸ ਪ੍ਰਕਾਰ ਜਬ ਗੁਰ ਨੈ ਬਰਨਾ, ਇਸ ਆਸ ਪ੍ਰਕਾਰ ਇਸ ਤਰ੍ਹਾਂ ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਅੰਤఃਕਰਨ ਸਮਰਪਿਓ ਚਰਨਾ। ਉਸ ਵੇਲੇ ਭਾਈ ਝੰਡਾ ਵਾਢੀ ਨੇ ਤੇ ਇੰਦਰ ਸੈਨ ਨੇ ਦੋਵਾਂ ਨੇ ਸਤਿਗੁਰ ਜੀ ਨੂੰ ਅੰਤःਕਰਨ ਸਮਰਪ ਦਿੱਤਾ ਹੈ ਕਿ ਸੱਚੇ ਪਾਤਸ਼ਾਹ ਜੀ ਅੱਜ ਤੋਂ ਮਨ ਵੀ ਤੁਹਾਡਾ, ਬੁੱਧ ਵੀ ਤੁਹਾਡੀ, ਚਿੱਤ ਵੀ ਤੁਹਾਡਾ, ਅਹੰ ਭਾਵ ਹਉਮੈ ਬਿਰਤੀ ਵੀ ਤੁਹਾਡੀ ਹੈ। ਜਬ ਧਨ ਤਨ ਮਨ ਦੀਨ ਚੜਾਈ, ਜਦੋਂ ਇਹਨਾਂ ਨੇ ਆਪਣਾ ਧਨ ਵੀ ਅਰਪਣ ਕੀਤ ਕਰ ਦਿੱਤਾ, ਸਰੀਰ ਵੀ ਅਰਪਣ ਕਰ ਦਿੱਤਾ, ਮਨ ਵੀ ਗੁਰੂ ਦੇ ਚਰਨਾਂ 'ਚ ਚੜਾ ਦਿੱਤਾ। ਨਾਨਕ ਜੀ ਤਬ ਗਿਰਾ ਅਲਾਈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਬਾਣੀ ਕਹੀ ਹੈ, ਬਚਨ ਕਿਹਾ, ਜੋ ਸੰਸਾ ਅਬ ਤੁਮ ਉਰਮਾਹੀ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਦੇਖੋ ਝੰਡਾ ਵਾਢੀ ਜੀ ਹੁਣ ਸਭ ਕੁਝ ਸਮਰਪਣ ਕਰ ਦਿੱਤਾ ਹੈ, ਦੱਸੋ ਜੋ ਵੀ ਸੰਸਾ ਤੁਹਾਡੇ ਹਿਰਦੇ ਵਿੱਚ ਹੁਣ ਹੈ, ਕਹੋ ਲਿਓ ਉਤਰ ਸਭ ਤਾਹੀ। ਉਹ ਆਪਣਾ ਸੰਸਾ ਕਹਿ ਦਿਓ ਤੇ ਉਹਦਾ ਤਸੱਲੀ ਬਖਸ਼ੀ ਉੱਤਰ ਲੈ ਲਓ। ਤਬ ਸੰਕਲਪ ਉਠਾਵਾ ਦੋ, ਜਦੋਂ ਗੁਰੂ ਜੀ ਨੇ ਐਵੇਂ ਕਿਹਾ ਉਸੇ ਵੇਲੇ ਇਹਨਾਂ ਦੋਵਾਂ ਨੇ ਮਨ 'ਚ ਸੰਕਲਪ ਜਿਹਾ ਠਾਇਆ ਹੈ, ਫੁਰਨਾ ਜਿਹਾ ਠਾਇਆ ਹੈ। ਜੋ ਸੰਸਾ ਹੋਏ ਭਾਖ ਹਸੋ, ਕਹਿੰਦੇ ਵੀ ਜੋ ਵੀ ਸੰਸਾ ਸਾਡੇ ਮਨ 'ਚ ਹੋਵੇਗਾ ਉਹ ਅਸੀਂ ਗੁਰੂ ਸਾਹਿਬ ਜੀ ਨੂੰ ਕਹਿ ਦਿਆਂਗੇ। ਗੁਰੂ ਭਨਾ ਸੰਕਲਪ ਹੈ ਜੋ, ਗੁਰੂ ਸਾਹਿਬ ਜੀ ਇਹਨਾਂ ਦੇ ਮਨ ਦੀ ਵਿਚਾਰ ਕੇ ਕਹਿਣ ਲੱਗੇ ਵੀ ਝੰਡਾ ਵਾਢੀ ਇੰਦਰ ਸੈਨ ਜੀ ਆ ਜਿਹੜਾ ਤੁਸੀਂ ਨੇ ਸੰਕਲਪ ਜਿਹਾ ਕੀਤਾ ਨਾ, ਫੁਰਨਾ ਜਿਹਾ ਠਾਇਆ ਮਨ ਵਿੱਚ, ਮਨ ਕੋ ਧਰਮ ਜਾਣੀਏ ਸੋ। ਇਹ ਤੇ ਮਨ ਦਾ ਧਰਮ ਹੈ, ਇਹ ਸੰਕਲਪ ਵਿਕਲਪ ਬਿਰਤੀ ਜਿਹੜੀ ਹੈ ਮਨ ਦਾ ਧਰਮ ਹੈ, ਜਿਹੜਾ ਤੁਸੀਂ ਨੇ ਫੁਰਨਾ ਕੀਤਾ ਹੈ ਇਹ ਤੇ ਮਨ ਦਾ ਧਰਮ ਹੈ। ਮਨ ਤੋ ਹਮ ਹੈ ਸਮਰਪਣ ਕੀਨੋ, ਉਹ ਜਿਹੜਾ ਮਨ ਹੈ ਉਹ ਤੇ ਤੁਸਾਂ ਨੇ ਸਾਨੂੰ ਸਮਰਪਣ ਕਰ ਦਿੱਤਾ ਪਹਿਲਾਂ ਹੀ। ਨਿਜ ਕਾਰਜ ਹਿਤ ਕਿਉ ਪੁਨ ਲੀਨੋ, ਫਿਰ ਆਪਣੇ ਕਾਰਜ ਵਾਸਤੇ ਤੁਸਾਂ ਨੇ ਕਿਉਂ ਸੰਕਲਪ ਜਿਹਾ ਲਿਆ ਹੈ ਵੀ ਅਸੀਂ ਮਹਾਰਾਜ ਨੂੰ ਸੰਸਾ ਆਪਣਾ ਕਹਿ ਦਿਆਂਗੇ, ਆਪਣਾ ਆਹ ਕੰਮ ਪੂਰਾ ਕਰ ਲਵਾਂਗੇ। ਇਹ ਤੁਸਾਂ ਨੇ ਕਿਵੇਂ ਆਪਣੇ ਕੰਮ ਵਾਸਤੇ ਉਹ ਸੰਕਲਪ ਲੈ ਲਿਆ ਹੈ? ਮਨ ਤੇ ਪਹਿਲਾਂ ਹੀ ਦੇ ਦਿੱਤਾ ਤੁਸਾਂ ਨੇ, ਤੇ ਸੰਕਲਪ ਵਿਕਲਪ ਜਿਹੜਾ ਕਰਨਾ ਹੈ ਉਹ ਮਨ ਦਾ ਧਰਮ ਹੈ। ਗੁਰੂ ਕੋ ਭੇਟ ਦੇ ਵਥ ਕੋ ਜਾਣਾ, ਇਹ ਭਾਈ ਜੋ ਵੀ ਜਨ ਗੁਰੂ ਮਹਾਰਾਜ ਨੂੰ ਭੇਟਾ ਵਸਤੂ ਦੇ ਦਿੰਦਾ ਹੈ, ਕੋਨ ਤਿਹ ਸੰਗ ਨਾ ਕਛੂ ਪਰੋ ਜਾਣਾ। ਪ੍ਰਯੋਜਨ ਫਿਰ ਉਸ ਜਨ ਦਾ, ਉਸ ਸਿੱਖ ਦਾ, ਭਗਤ ਦਾ ਉਸ ਨਾਲ ਕੋਈ ਵੀ ਜਿਹੜਾ ਪ੍ਰਯੋਜਨ ਨਹੀਂ ਰਹਿ ਜਾਂਦਾ ਹੈ, ਉਹਦਾ ਕੋਈ ਪ੍ਰਯੋਜਨ ਨਹੀਂ ਰਹਿ ਜਾਂਦਾ, ਮਤਲਬ ਨਹੀਂ ਰਹਿ ਜਾਂਦਾ ਵੀ ਇਹ ਤੇ ਚੀਜ਼ ਮੈਂ ਵਸਤੂ ਗੁਰੂ ਨੂੰ ਦੇ ਦਿੱਤੀ ਹੈ, ਹੁਣ ਮੇਰੀ ਥੋੜ੍ਹੀ ਹੈ ਤੇ ਗੁਰੂ ਦੀ ਹੈ।
ਤੇ ਹੁਣ ਤੁਸਾਂ ਨੇ ਮਨ ਸਾਨੂੰ ਦੇ ਦਿੱਤਾ ਹੈ ਤੇ ਸੰਕਲਪ ਤੁਸੀਂ ਕਰੀ ਜਾ ਰਹੇ ਹੋ ਆਪਣੇ ਅੰਦਰ। ਨਹਿ ਸੰਕਲਪ ਉਠਾਵਹੁ ਕੋ, ਇਸ ਕਰਕੇ ਕੋਈ ਵੀ ਜਿਹੜਾ ਫੁਰਨਾ ਸੰਕਲਪ ਨਾ ਠਾਓ ਮਨ ਵਿੱਚ। ਨਿਸ਼ਚੈ ਕਰਨ ਲੱਗੇ ਪੁਨ ਦੋ, ਸਤਿਗੁਰ ਜੀ ਦਾ ਬਚਨ ਸੁਣ ਕੇ ਦੋਵੇਂ ਜਾਣੇ ਨਿਸ਼ਚੈ ਯਕੀਨ ਜਾ ਕਰ ਲੱਗੇ, ਭਰੋਸਾ ਜਾ ਕਰਨ ਲੱਗੇ ਵੀ ਜੋ ਗੁਰੂ ਜੀ ਨੇ ਕਿਹਾ ਤੇ ਬਿਲਕੁਲ ਠੀਕ ਹੈ। ਮਨ ਤੇ ਅਸਾਂ ਨੇ ਗੁਰੂ ਨੂੰ ਪਹਿਲਾਂ ਹੀ ਸਮਰਪਣ ਕਰ ਦਿੱਤਾ ਹੈ। ਯਹ ਤੋ ਸਤ ਬਚਨ ਸੁਖ ਕਰ ਕੋ, ਆ ਸੁੱਖਾਂ ਨੂੰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਤੇ ਸੱਚੀ ਬਚਨ ਹਨ। ਮਨ ਹਮ ਕੀਨ ਸਮਰਪਣ ਗੁਰ ਕੋ, ਕਿ ਮਨ ਜਿਹੜਾ ਉਹਦੇ ਅਸੀਂ ਗੁਰੂ ਜੀ ਨੂੰ ਪਹਿਲਾਂ ਹੀ ਸਮਰਪਣ ਕਰ ਦਿੱਤਾ ਹੈ, ਦੇ ਦਿੱਤਾ ਹੈ, ਭੇਟਾ ਕਰ ਦਿੱਤਾ ਹੈ। ਲੱਖ ਤਿੰਨ ਔਰ ਕੀ ਪੰਕਜ ਨਾਨਾ, ਆ ਨਿਤ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰ ਜੀ ਇਹਨਾਂ ਦੇ ਹਿਰਦੇ ਦੀ ਜਾਣ ਕੇ ਵੀ ਆ ਨਿਸ਼ਚੈ ਜੀ ਕਰ ਰਹੇ ਐ। ਸ੍ਰੀ ਮੁਖ ਤੇ ਇਵ ਉਚਰੇ ਬਾਨਾ, ਸੁਹਾਏ ਮਾਣ ਮੁਖ ਤੋਂ ਸਤਿਗੁਰ ਜੀ ਨੇ ਵੀ ਬਚਨ ਕਹੇ। ਅਬ ਤੁਮ ਨਿਸ਼ਚਾ ਧਾਰਤ ਜੋ, ਮਹਾਰਾਜ ਕਹਿੰਦੇ ਵੀ ਝੰਡਾ ਬਾਡੀ ਜੀ ਆ ਜਿਹੜਾ ਤੁਸੀਂ ਨਿਸ਼ਚਾ ਜਾਂ ਧਾਰ ਰਹੇ ਹੋ ਨਾ ਆਪਣੇ ਹਿਰਦੇ ਵਿੱਚ, ਜਿਹੜਾ ਭਰੋਸਾ ਜਾਂ ਧਾਰ ਰਹੇ ਹੋ, ਯਹ ਤੋ ਧਰਮ ਬੁੱਧ ਕੋ ਹੋ, ਇਹ ਤੇ ਧਰਮ ਬੁੱਧੀ ਦੇ ਹੁੰਦੇ ਆ। ਵੀ ਜਿਹੜਾ ਕੋਈ ਨਿਸ਼ਚਾ ਕਰਨਾ ਵੀ ਤੁਸੀਂ ਜਿਹੜਾ ਸੋਚ ਰਹੇ ਹੋਣਾ ਵੀ ਹਾਂ ਅਸਾਂ ਨੇ ਮਨ ਤੇ ਗੁਰੂ ਨੂੰ ਸਮਰਪਣ ਕਰ ਦਿੱਤਾ, ਇਹ ਜਿਹੜਾ ਨਿਸ਼ਚਾ ਕਰ ਰਹੇ ਹੋ ਇਹ ਤੇ ਬੁੱਧੀ ਦਾ ਧਰਮ ਹੈ। ਸੋ ਦੇਨੀ ਗੁਰ ਦਛਨ ਮਾਹੀ, ਤੇ ਉਹ ਜਿਹੜੀ ਬੁੱਧੀ ਹੈ ਉਹ ਤੁਸਾਂ ਨੇ ਸਾਨੂੰ ਦਛਿਣਾ ਵਿੱਚ ਭੇਟਾ ਵਿੱਚ ਦੇ ਦਿੱਤੀ ਹੈ। ਅਬ ਤੁਮ ਧਰਮ ਗਹੋ ਤਿਹ ਕਾਹੀ, ਫਿਰ ਹੁਣ ਤੁਸੀਂ ਜਿਹੜਾ ਬੁੱਧੀ ਦਾ ਧਰਮ ਹੈ ਉਹ ਉਸ ਨਾਲ ਕਿਵੇਂ ਗ੍ਰਹਿਣ ਕਰ ਰਹੇ ਹੋ, ਕਿਵੇਂ ਤੁਸੀਂ ਉਹ ਫੜ ਰਹੇ ਹੋ ਵੀ ਧਰਮ ਜਿਹੜਾ ਬੁੱਧੀ ਦਾ ਨਿਸ਼ਚਾ ਕਰਨਾ ਉਹ ਤੁਸੀਂ ਕਿਵੇਂ ਕਰ ਰਹੇ ਹੋ। ਬੁੱਧੀ ਦੇ ਤੁਸਾਂ ਨੇ ਸਾਨੂੰ ਦੇ ਦਿੱਤੀ ਹੈ ਤੇ ਉਹਦਾ ਧਰਮ ਵੀ ਸਾਨੂੰ ਹੀ ਅਰਪਣ ਹੋ ਗਿਆ ਹੈ। ਸੁਨ ਇਵ ਦੋਨਾ ਚਿਤਵਨ ਲਾਗੇ, ਸੁਣ ਕੇ ਐਵੇਂ ਦੋਵੇਂ ਭਾਈ ਝੰਡਾ ਬਾਢੀ ਤੇ ਭਾਈ ਇੰਦਰ ਸੈਣ ਚਿਤਵਨ ਲੱਗੇ ਐ, ਚਿਤਵਣੀ ਜੀ ਕਰ ਲੱਗ ਪਏ ਚਿੱਤ ਵਿੱਚ। ਜਿਨ ਕੇ ਵੱਡੇ ਭਾਗ ਜਗ ਜਾਗੇ, ਜਿਨ੍ਹਾਂ ਦੇ ਜਗ ਵਿੱਚ ਵੱਡੇ ਭਾਗ ਜਾਗੇ ਐ ਸਤਿਗੁਰੂ ਜੀ ਦੇ ਕੋਲ। ਗੁਣ ਗੁਰ ਕਹੈ ਜੋ ਚਿਤਵਨ ਧਾਰੀ, ਗੁਰੂ ਸਾਹਿਬ ਜੀ ਕਹਿਣ ਲੱਗੇ ਹੇ ਭਾਈ ਝੰਡਾ ਬਾਢੀ ਇੰਦਰ ਸੈਣ, ਆ ਜਿਹੜੀ ਤੁਸੀਂ ਚਿੱਤ ਵਿੱਚ ਚਿਤਵਣੀ ਜੀ ਧਾਰੀ ਹੈ, ਸੋਚ ਜੀ ਕੀਤੀ ਹੈ, ਯਹੀ ਧਰਮ ਹੈ ਚਿਤ ਮਝਾਰੀ। ਇਹ ਤੇ ਜਿਹੜਾ ਧਰਮ ਹੈ ਉਹਦੇ ਚਿੱਤ ਵਿੱਚ ਹੈ। ਚਿੱਤ ਦਾ ਧਰਮ ਹੈ ਵੀ ਚਿਤਵਣੀਆਂ ਕਰਨੀਆਂ, ਵੀ ਸੋਚਾਂ ਕਰਨੀਆਂ। ਸੋ ਭੀ ਹਮ ਕੋ ਤੁਮਨੇ ਦੀਨੋ, ਉਹ ਜਿਹੜਾ ਚਿੱਤ ਹੈ ਤੁਸਾਂ ਨੇ ਸਾਨੂੰ ਪਹਿਲਾਂ ਹੀ ਦੇ ਦਿੱਤਾ ਅੰਤःਕਰਨ ਵਿੱਚ। ਕਿਉਂ ਅਬ ਔਰ ਮੈਂ ਚਿਤਵਨ ਕੀਨੋ, ਫਿਰ ਦੱਸੋ ਵੀ ਹਿਰਦੇ ਵਿੱਚ ਚਿਤਵਣੀ ਕਾਹਦੀ ਕੀਤੀ ਹੈ, ਕਾਹਦੀ ਸੋਚ ਵਿਚਾਰ ਕੀਤੀ ਹੈ ਵੀ ਹਾਂ ਇਹ ਠੀਕ ਆ ਮਹਾਰਾਜ ਨੇ, ਇਹ ਕਿਉਂ ਸੋਚਾਂ ਸੋਚਦੇ ਹੋ। ਬਹੁਰ ਵਿਚਾਰਤ ਹਉਮੈ ਦੋ, ਮੋੜੇ ਫਿਰ ਵਿਚਾਰ ਲੱਗੇ ਐ ਹਉਮੈ ਅਹੰ ਜਿਹੜੀ ਬੁੱਧੀ ਹੈ ਉਹਦੇ ਸਹਿਤ। ਮਨ ਬੁੱਧ ਚਿਤ ਅਰਪੇ ਹਮ ਸੋ, ਕਹਿੰਦੇ ਵੀ ਹਾਂ ਅਸਾਂ ਨੇ ਮਹਾਰਾਜ ਨੂੰ ਮਨ ਵੀ ਦੇ ਦਿੱਤਾ ਹੈ, ਅਸਾਂ ਨੇ ਬੁੱਧ ਵੀ ਦੇ ਦਿੱਤੀ ਹੈ, ਚਿੱਤ ਵੀ ਦੇ ਦਿੱਤਾ ਹੈ। ਜਿਹੜਾ ਆ ਕਹਿਣਾ ਨਾ ਵੀ ਹਾਂ ਮੈਂ ਬੁੱਧ ਵੀ ਗੁਰੂ ਨੂੰ ਅਰਪਣ ਕਰ ਦਿੱਤੀ ਹੈ, ਮਨ ਵੀ ਅਰਪਣ ਕਰ ਦਿੱਤਾ ਹੈ, ਮੈਂ ਤੇ ਚਿੱਤ ਵੀ ਦੇ ਦਿੱਤਾ ਹੈ, ਇਹ ਜਿਹੜੀ ਵਿਚਾਰ ਕਰਨੀ ਹੈ ਇਹਨੂੰ ਅਹੰ ਭਾਵ ਕਿਹਾ ਜਾਂਦਾ। ਜਿਹੜੀ ਚੀਜ਼ ਦੇ ਕੇ ਤੇ ਕਹਿਣਾ ਵੀ ਅਸਾਂ ਨੇ ਦਿੱਤੀ ਹੈ, ਇਹ ਹੁਣ ਇਹਨਾਂ ਨੇ ਉਹੀ ਜਿਹੜੀ ਹਉਮੈ ਅਹੰ ਭਾਵ ਵਾਲੀ ਅਹੰ ਭਾਵ ਹੈ ਉਹਦੇ ਨਾਲ ਵਿਚਾਰਿਆ ਵੀ ਹਾਂ ਅਸਾਂ ਨੇ ਤੇ ਮਨ ਵੀ ਮਾਰਨ ਦੇ ਦਿੱਤਾ, ਬੁੱਧ ਵੀ ਦੇ ਦਿੱਤਾ ਹੈ, ਚਿੱਤ ਵੀ ਦੇ ਦਿੱਤਾ ਹੈ। ਭਨਤ ਗੁਰੂ ਹਉਮੈ ਤੁਮ ਕੀਨੀ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਹੇ ਭਾਈ ਤੁਸਾਂ ਨੇ ਤੇ ਆ ਹਉਮੈ ਕੀਤੀ ਹੈ ਵੀ ਗੁਰੂ ਸਾਹਿਬ ਜੀ ਨੂੰ ਹਾਂ ਪਹਿਲਾਂ ਅਰਪਣ ਕਰ ਦਿੱਤੇ ਮਨ ਬੁੱਧ ਚਿੱਤ। ਸੋ ਤੋ ਹਮ ਕੋ ਪੂਰਬ ਦੀਨੀ, ਤੇ ਉਹ ਜਿਹੜਾ ਅਹੰ ਭਾਵ ਹੈ ਅਹੰਕਾਰ ਬਿਰਤੀ ਹੈ ਤੇ ਪਹਿਲਾਂ ਹੀ ਤੁਸਾਂ ਨੇ ਸਾਨੂੰ ਦੇ ਦਿੱਤੀ ਸੀ। ਅੰਤః ਕਰਨਾ ਸਰੂਪ ਸੋ ਚਾਰੋ, ਜਿਹੜਾ ਸੰਤੁਸ਼ਟ ਹੈ ਅੰਤଃਕਰਨ ਹੈ ਉਹਦਾ ਹੀ ਤੇ
ਉਹ ਅੰਤःਕਰਨ ਦਾ ਹੀ ਸਰੂਪ ਹੈ। ਚਾਰੋਂ ਹੈ ਮਨ, ਬੁੱਧ, ਚਿੱਤ, ਅਹੰਕਾਰ, ਜਾਂ ਇਵੇਂ ਕਹਿ ਲਓ ਜਾਂ ਅੰਤःਕਰਨ ਕਹਿ ਲਓ। ਤੇ ਉਹ ਤੁਸਾਂ ਨੇ ਸਾਨੂੰ ਪਹਿਲਾਂ ਹੀ ਅਰਪਣ ਕਰ ਦਿੱਤਾ ਸੀ। ਸੋ ਦੇ ਡਾਰੇ ਹਿਰਦੈ ਵਿਸਾਰੋ। ਉਹ ਦੇ ਦਿੱਤੇ ਹੈ ਤੇ ਆਪਣੇ ਹਿਰਦੇ ਵਿੱਚੋਂ ਭੁਲਾ ਦੋ ਵੀ ਸਾਡਾ ਹੈ ਕੁਝ ਹੁਣ। ਇਨ ਤੇ ਪਰੇ ਜੋ ਹੁਐ ਸੰਦੇਹੂ। ਇਹਨਾਂ ਤੋਂ ਪਰੇ ਵੀ ਸਰੀਰ ਵੀ ਦੇ ਦਿੱਤਾ ਹੈ, ਘਰ ਵਸਤੂਆਂ ਵੀ ਦੇ ਦਿੱਤੀਆਂ, ਅੰਤःਕਰਨ ਵੀ ਦੇ ਦਿੱਤਾ ਹੈ। ਜੇ ਇਹਨਾਂ ਤੋਂ ਪਰੇ ਕੋਈ ਸੰਸਾ ਹੈ ਤੁਹਾਡੇ ਕੋਲ, ਕਹੋ ਹਮ ਸੋ ਉੱਤਰ ਅਬ ਲੇਹੂ। ਉਹ ਸਾਨੂੰ ਤੁਸੀਂ ਕਹਿ ਦਿਓ ਤੇ ਸਾਡੇ ਕੋਲ ਤਸੱਲੀ ਬਖਸ਼ੀ ਜਿਹੜਾ ਉੱਤਰ ਪ੍ਰਾਪਤ ਕਰ ਲਓ, ਲੈ ਲਓ। ਇਸ ਪ੍ਰਕਾਰ ਕੇ ਸੁਨ ਕਰ ਬੈਨਾ। ਇਸ ਤਰ੍ਹਾਂ ਦੇ ਸੁਣ ਕੇ ਮਹਾਰਾਜ ਦੇ ਬਚਨ, ਕਰਹਿ ਵਿਚਾਰ ਸੋ ਇੰਦਰ ਹੈ ਸਨਾ। ਇੰਦਰ ਸੈਨ ਜਿਹੜਾ ਹਿਰਦੇ 'ਚ ਵਿਚਾਰ ਕਰਨ ਲੱਗਾ, ਬੈਠੇ ਤਬ ਹੀ ਲੱਗੀ ਸਮਾਧਾ। ਉਹ ਬਸ ਬੈਠਿਆਂ ਬੈਠਿਆਂ ਹੀ ਸਮਾਧੀ ਲੱਗ ਗਈ ਹੈ। ਦਿਖਿਓ ਆਤਮਾ ਰੂਪ ਅਬਾਦਾ। ਜਿਹੜਾ ਆਤਮਾ ਹੈ ਨਾ, ਆਪਣਾ ਆਤਮਾ ਸਰੂਪ ਅਬਾਦਾ, ਨਾਸ ਤੋਂ ਰਹਿਤ, ਅਵਿਨਾਸ਼ੀ, ਜਿਹੜਾ ਮਹਾਨ ਅਪਾਰ ਹੈ, ਪਾਰਾਵਾਰ ਤੋਂ ਰਹਿਤ, ਉਸ ਨੂੰ ਵੇਖਿਆ ਹੈ, ਸਾਖਿਆਤਕਾਰ ਹੋ ਗਿਆ ਹੈ। ਕਿਉਂਕਿ ਤਿੰਨਾਂ ਸਰੀਰਾਂ ਤੋਂ ਪਰੇ ਇਹ ਮਨ, ਬੁੱਧ, ਚਿੱਤ, ਅਹੰਕਾਰ ਤੋਂ ਪਰੇ ਤੇ ਆਤਮਾ ਹੀ ਹੈ। ਉਹ ਦੇਖਿਆ ਵੀ ਸਭ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਰਹਿ ਮਗਰ ਕੀ ਗਿਆ, ਆਤਮਾ। ਉਹਦੇ ਵਿੱਚ ਸਮਾਧੀ ਲੱਗ ਗਈ ਹੈ, ਸਾਖਿਆਤਕਾਰਤਾ ਹੋ ਆਈ ਹੈ। ਇਸ ਬਿਦ ਦੇ ਤਿੰਨ ਕੋ ਉਪਦੇਸ਼ਾ। ਇਸ ਤਰ੍ਹਾਂ ਮਹਾਰਾਜ ਦੋਵਾਂ ਜਾਣਿਆਂ ਨੂੰ ਉਪਦੇਸ਼ ਦੇ ਕੇ ਬੋਲੇ ਬਹੁਰ ਬਚਨ ਜਗਤੇਸ਼ਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮੁੜ ਬਹੁਤ ਮਿੱਠੇ ਬਚਨ ਬੋਲੇ ਹੈ। ਅਬ ਇਹ ਕੀਜੈ ਖਾਨ ਆਹਾਰਾ। ਹੇ ਭਾਈ, ਤੁਹਾਨੂੰ ਅਸਾਂ ਨੇ ਉਪਦੇਸ਼ ਬ੍ਰਹਮ ਗਿਆਨ ਦਾ ਦੇ ਦਿੱਤਾ, ਹੁਣ ਤੁਸੀਂ ਆ ਭੋਜਨ ਛਕਣਾ ਕਰ ਲਓ। ਮੈਂ ਆਇਸ ਕੋ ਪਾਏ ਵਰਤਾਰਾ। ਭਾਈ ਬਾਲਾ ਜੀ ਕਹਿ ਰਹੇ ਹੈ ਵੀ ਗੁਰੂ ਅੰਗਦ ਦੇਵ ਸਾਹਿਬ ਜੀ, ਉਸ ਵੇਲੇ ਮੈਂ ਮਹਾਰਾਜ ਦੀ ਆਗਿਆ ਪਾ ਕੇ ਵਰਤਾਰਾ ਬਣ ਕੇ ਵਰਤਾਉਣ ਲੱਗ ਪਿਆ। ਸ੍ਰੀ ਗੁਰ ਤਬ ਨਿਜ ਕਰ ਮਹਲੀਨੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਭੋਜਨ ਲੈ ਕਰਕੇ ਭਗਤ ਜਾਨ ਨਿਜ ਅਚਮਨ ਕੀਨੋ। ਭਜੰਡਾ ਬਾਢੀ ਨੂੰ ਆਪਣਾ ਭਗਤੀ ਵਾਲਾ ਭਗਤ ਜਾਣ ਕੇ ਵੀ ਭਗਤੀ ਕਰਦਾ ਪਰਮੇਸ਼ਰ ਦੀ, ਉਹਦੇ ਘਰ ਦਾ ਬਣਿਆ ਹੋਇਆ ਭੋਜਨ ਛਕਣਾ ਕੀਤਾ ਹੈ। ਨੀਕੋ ਸੰਤ ਹੋਏ ਜਿਹ ਥਾਈ। ਭਾਈ ਬਾਲਾ ਜੀ ਕਹਿ ਰਹੇ ਵੀ ਜਿਸ ਥਾਂ ਵੀ ਕੋਈ ਚੰਗਾ ਕਮਾਈ ਵਾਲਾ ਸੰਤ ਹੁੰਦਾ ਸੀ, ਤਿਹ ਠਾਂ ਪ੍ਰਭੂ ਜੀ ਭੋਜਨ ਖਾਈ। ਪ੍ਰਭ ਜੀ ਉਸ ਥਾਂ ਹੀ ਪ੍ਰਭੂ ਰੂਪ ਗੁਰੂ ਨਾਨਕ ਸਾਹਿਬ ਜੀ ਭੋਜਨ ਛਕਦੇ ਸਨ, ਜਿੱਥੇ ਕੋਈ ਨੇਕ ਕਮਾਈ ਵਾਲਾ ਸੰਤ ਹੁੰਦਾ ਸੀ। ਨਾ ਤੁਰ ਪਾਨ ਆਹਾਰੀ ਰਹੀ। ਨਹੀਂ ਤੇ ਮਹਾਰਾਜ ਪੌਣ ਹਾਰੀ ਰਹਿੰਦੇ ਸਨ, ਆ ਹਵਾ ਦਾ ਹੀ ਭੋਜਨ ਛਕਦੇ ਸੀ। ਜੋ ਕਿੰਕਰ ਕੇ ਕਲਮਲ ਦਹੀ। ਜੋ ਸਤਿਗੁਰੂ ਆਪਣੇ ਦਾਸਾਂ ਦੇ ਸਮੂਹ ਪਾਪਾਂ, ਬੱਜਰ ਪਾਪਾਂ ਨੂੰ ਦਗਦ ਕਰਦੇ ਐ, ਨਾਸ ਕਰਨ ਵਾਲੇ ਹਨ। ਅਚਵਿਓ ਅਰਧ ਅਚਵਿਓ ਅਰਧ ਅਸਨ ਗੁਰੂ ਜਬ ਹੀ। ਇਹ ਤੇ ਸਤਿਗੁਰੂ ਜੀ ਦਾ ਇਤਿਹਾਸ ਪੜ੍ਹ ਕੇ ਪਤਾ ਲੱਗ ਜਾਂਦਾ ਹੈ। ਕਿੱਥੇ ਭਾਈ ਲਾਲੋ ਦੇ ਘਰ ਜਾ ਕੇ ਭੋਜਨ ਛਕਿਆ ਮਹਾਰਾਜ ਨੇ, ਇਤਿਹਾਸ ਵਿੱਚ ਜਿਵੇਂ ਆਇਆ ਹੈ। ਉੱਥੋਂ ਬਾਅਦ ਇੱਥੇ ਸਤਿਗੁਰੂ ਜੀ ਦਾ ਤਕਰੀਬਨ ਜਿਹੜਾ ਆਇਆ ਹੈ ਵੀ ਮਹਾਰਾਜ ਨੇ ਭੋਜਨ ਛਕਣਾ ਕੀਤਾ। ਨਹੀਂ ਤੇ ਭਾਈ ਮਰਦਾਨੇ ਨੂੰ ਹੀ ਭੁੱਖ ਲੱਗਦੀ ਰਹੀ ਹੈ, ਸਤਿਗੁਰੂ ਜੀ ਨੂੰ ਨਹੀਂ ਭੁੱਖ ਲੱਗੀ। ਭਾਈ ਬਾਲਾ ਜੀ ਨਾਲ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਨਾਲ ਹੀ ਕੁਝ ਨਹੀਂ ਛਕਦੇ ਛਕਾਉਂਦੇ। ਤੇ ਜਿੱਥੇ ਕਿਤੇ ਕਮਾਈ ਵਾਲਾ ਵੇਖਣਾ, ਭਾਈ ਲਾਲੋ ਵੀ ਜੀ ਮਹਾਨ ਸਨ। ਇੱਧਰ ਭਾਈ ਝੰਡਾ ਬਾਢੀ ਵੀ ਗਰੀਬ ਹੈ ਤੇ ਬਹੁਤ ਮਹਾਨ ਹੈ, ਕਮਾਈ ਵਾਲੇ ਹੈ, ਉਹਦੇ ਘਰੋਂ ਭੋਜਨ ਛਕਿਆ। ਗੋਬਿੰਦ ਭਾਵ ਭਗਤ ਦਾ ਭੁੱਖਾ, ਮਹਾਰਾਜ ਪ੍ਰੇਮ ਭਾਵਨਾ ਦੇ ਭੁੱਖੇ ਹੈ, ਨਾ ਕਿ ਪੂੜੀਆਂ ਛੋਲਿਆਂ ਦੇ, ਖੀਰਾਂ ਦੇ, ਲੱਡੂਆਂ ਦੇ ਜਾਂ ਚੰਗੀਆਂ ਸੇਜਾਂ ਦੇ। ਉਹ ਸਤਿਗੁਰੂ ਜੀ ਨੂੰ ਨਹੀਂ ਚਾਹੀਦੀਆਂ। ਪ੍ਰੇਮ ਹੈ ਤੇ ਰੁੱਖੀਆਂ ਮਿੱਸੀਆਂ ਬਾਜਰੇ ਦੀਆਂ ਸਖਤ ਰੋਟੀਆਂ ਵੀ ਮਹਾਰਾਜ ਛਕ ਛਕਾ ਲੈਂਦੇ ਆ। ਇਹ ਗੁਰੂ ਜੀ ਦਾ ਪ੍ਰੇਮ ਹੈ ਪਿਆਰਿਆਂ ਨਾਲ। ਇਵੇਂ
ਸਤਿਗੁਰ ਜੀ ਨੇ ਜਦੋਂ ਅੱਧਾ ਕੁ ਭੋਜਨ ਛਕ ਲਿਆ ਹੈ, ਪੁਨ ਝੰਡੇ ਕੋ ਦੀਨੋ ਤਬ ਹੀ। ਜੋ ਸੀਤ ਪ੍ਰਸਾਦ ਵਜੋਂ ਬਚਿਆ ਭੋਜਨ ਉਹ ਝੰਡੇ ਵਾਢੀ ਨੂੰ ਦੇ ਦਿੱਤਾ ਹੈ। ਦੋਹਰਾ ਹਿਤ ਕਰ ਕੀਨੋ ਖਾਨ ਤੇਨਾ। ਭਾਈ ਝੰਡਾ ਵਾਢੀ ਨੇ ਬਹੁਤ ਪ੍ਰੇਮ ਕਰਕੇ ਉਸ ਭੋਜਨ ਨੂੰ ਛਕਣਾ ਕੀਤਾ। ਖੁੱਲ ਗੇ ਬਿਕਟ ਕਪਾਟ। ਉਸੇ ਵੇਲੇ ਜਿਹੜੇ ਆਸਾ ਅੰਦੇਸਾਂ ਦੇ ਤਖਤੇ ਹੈ, ਪੰਜਾਂ ਕੋਸ਼ਾਂ ਦੇ ਤਖਤੇ ਬੜੇ ਕਠਨ ਸਖਤ ਨਾ ਖੁੱਲਣ ਵਾਲੇ, ਉਹ ਖੁੱਲ ਗਏ ਹਨ। ਧਰਮ ਮੋਹ ਕੋ ਕਸ਼ਟ ਕੀਆ। ਹੁਣ ਜਿਹੜਾ ਭਰਮ ਹੈ, 5 ਪ੍ਰਕਾਰ ਦਾ ਮੋਹ ਹੈ, ਬੜਾ ਬਲੀ ਨਸ਼ਟੀ ਕਰਕੇ ਰੱਖ ਦਿੱਤਾ ਹੈ। ਦ્વੈਤ ਸੰਕਰ ਕਾਟ। ਜਿਹੜਾ ਦੁਤੀਆ ਭਾਵ ਹੈ ਦਵੈਤ, ਉਹਦੇ ਸੰਗਲ ਵੀ ਕੱਟ ਵੱਢ ਦਿੱਤੇ ਹੈ ਸਤਿਗੁਰ ਜੀ ਦੇ ਛਕੇ ਹੋਏ ਭੋਜਨ ਨੇ। ਚੌਪਈ ਟਿਕ ਘੀ ਬ੍ਰਿਤ ਸਮਾਧ ਲਗਾਈ। ਇਹ ਭਾਈ ਇੰਦਰ ਸੈਨ ਨੇ ਵੀ ਛਕਿਆ ਸੀ ਤੇ ਭਾਈ ਝੰਡਾ ਵਾਢੀ ਨੇ ਵੀ ਛਕਿਆ ਭੋਜਨ। ਉਸੇ ਵੇਲੇ ਕਹਿੰਦੇ ਮਨ ਦੀ ਬਿਰਤੀ ਟਿਕ ਗਈ ਹੈ, ਸਮਾਧੀ ਲੱਗ ਗਈ ਹੈ। ਭਇਓ ਵਿਦੇਹ ਨਾ ਸੁਧ ਤਨ ਕਾਈ। ਵਿਦੇਹ ਸਰੀਰ ਤੋਂ ਪਰੇ ਹੋ ਗਏ ਹੈ ਤੇ ਸਰੀਰ ਦੀ ਤੇ ਸੁੱਧ ਬੁੱਧੀ ਨਹੀਂ ਕੋਈ ਰਹਿ ਗਈ। ਦੋਨੋਂ ਬੈਠੇ ਹੋਏ ਅਡੋਲਾ। ਦੋਵੇਂ ਭਾਈ ਇੰਦਰ ਸੈਨ ਤੇ ਭਾਈ ਝੰਡਾ ਵਾਢੀ ਅਡੋਲੀ ਬੈਠੇ ਐ ਸਮਾਧੀ ਵਿੱਚ। ਸੁਖ ਆਤਮਾ ਕੋ ਪਾਏ ਅਮੋਲਾ। ਜਿਹੜਾ ਅਮੋਲਕ ਸੁਖ ਹੈ ਆਤਮਾ ਦਾ, ਉਸ ਸੁਖ ਨੂੰ ਪਾ ਰਹੇ ਐ। ਤੀਨ ਪਹਿਰ ਬੀਤੇ ਇਸ ਭਾਂਤੀ। ਸਮਾਧੀ ਵਿੱਚ ਬੈਠਿਆਂ ਬੈਠਿਆਂ 3 ਪਹਿਰ ਲੰਘ ਗਏ। ਇਸ ਤਰ੍ਹਾਂ 9 ਘੰਟੇ ਬੀਤ ਗਏ ਹਨ। ਰਹਿ ਗਈ ਇੱਕ ਜਾਮ ਜਬ ਰਾਤੀ। ਜਦੋਂ ਰਾਤ 1 ਪਹਿਰ ਰਹਿ ਗਈ ਹੈ, 3 ਕੁ ਵੱਜ ਗਏ ਤੜਕੇ ਦੇ। ਉੱਠ ਕਰ ਕੀਨੋ ਗੁਰੂ ਇਸਨਾਨਾ। ਗੁਰੂ ਸਾਹਿਬ ਜੀ ਨੇ ਪਹਿਰ ਰਾਤ ਰਹਿੰਦਿਆਂ ਉੱਠ ਕਰਕੇ ਸੋਚਾਚਾਰ ਕਰਕੇ ਇਸ਼ਨਾਨ ਕੀਤਾ ਤੇ ਸਮਾਧੀ ਵਿੱਚ ਆਪ ਵੀ ਲੀਨ ਹਨ। ਬਹਰੋ ਸ੍ਰੀ ਸੂਰਜ ਪ੍ਰਗਟਾਨਾ। ਮੁੜ ਜਿਹੜਾ ਦਿਨ ਚੜ੍ਹ ਆਇਆ ਤੇ ਸੂਰਜ ਪ੍ਰਗਟ ਹੋ ਗਿਆ ਹੈ। ਤਿਨਹਿ ਬੁਲਾਏ ਸਮਾਧ ਛਟਾਈ। ਉਹ ਜਿਹੜੇ ਭਾਈ ਝੰਡਾ ਵਾਢੀ ਤੇ ਜਿਹੜਾ ਇੰਦਰ ਸੈਨ ਦੀ ਸਮਾਧੀ ਲੱਗੀ ਹੈ, ਸਤਿਗੁਰ ਜੀ ਇਹਨਾਂ ਨੂੰ ਬੁਲਾ ਕੇ ਉਹਨਾਂ ਹਿਲਾ ਚਲਾ ਕੇ ਸਮਾਧ ਛਟਾਈ ਖੁਲਾਈ ਹੈ। ਮ੍ਰਿਦਲ ਗਿਰਾ ਬੋਲੇ ਜਗ ਸਾਈ। ਜਗਤ ਦੇ ਮਾਲਕ ਬੜੇ ਕੋਮਲ ਬਚਨੀ ਬੋਲੇ ਐ। ਇੰਦਰ ਸੈਨ ਮੰਜੀ ਅਬ ਲੀਜਾ। ਹੇ ਭਾਈ ਇੰਦਰ ਸੈਨ, ਜਿਹੜੀ ਗੁਰਮੁਖ ਪਦਵੀ ਹੈ, ਗੁਰਮਤਿ ਪ੍ਰਚਾਰ ਦੀ ਜਿਹੜੀ ਮੰਜੀ ਗੱਦੀ ਹੈ, ਉਹ ਵੀ ਤੂੰ ਹੁਣ ਲੈ ਲਾ ਸਾਡੇ ਕੋਲੋਂ। ਗੁਰ ਕੋ ਗੁਰ ਹੋਆ ਰਹਿਨ ਕਰੀਜਾ। ਇਸ ਜਿਹੜੀ ਪੁਰੀ ਹੈ ਅਸੀਮ ਫਲ, ਇਸ ਪੁਰੀ ਦਾ ਤੂੰ ਗੁਰੂ ਕਹੀਏ ਪੂਜਨੀਕ ਹੋ ਕੇ ਰਹਿਣਾ ਕਰ। ਹੱਥ ਬੰਦ ਦਵੈ ਬਿਨਾ ਬਖਾਨੀ। ਦੋਵੇਂ ਹੱਥ ਜੋੜ ਕੇ ਇੰਦਰ ਸੈਨ ਨੇ ਮਹਾਰਾਜ ਨੂੰ ਬੇਨਤੀ ਕੀਤੀ। ਹੋ ਕਰਤਾਰ ਰੂਪ ਗੁਣ ਖਾਨੀ। ਇਹ ਗੁਰੂ ਨਾਨਕ ਸਾਹਿਬ ਤੁਸੀਂ ਤੇ ਪਰਮੇਸ਼ਰ ਰੂਪ ਹੋ ਤੇ ਗੁਣਾ ਦੀ ਖਾਨ ਹੋ। ਅਬ ਮੁਝ ਰਹੀ ਨਾ ਲਾਲਸ ਆਸੀ। ਸਤਿਗੁਰ ਜੀ ਮੈਨੂੰ ਤੇ ਹੁਣ ਐਸੀ ਲਾਲਸਾ ਚਾਹੁੰਦਾ ਹੀ ਨਹੀਂ ਰਹਿ ਗਈ। ਆਇਸ ਆਪ ਕਰਤ ਹੈ ਜਾਸੀ। ਜਿਸ ਤਰ੍ਹਾਂ ਦੀ ਆਪ ਆਗਿਆ ਕਰ ਰਹੇ ਹੋ ਵੀ ਗੁਰੂ ਵੀ ਪੂਜਨੀਕ ਹੋ ਕੇ ਤੇ ਗੁਰਮੁਖ ਪਦਵੀ ਤੇ ਬੈਠ ਕੇ ਗੁਰਮਤਿ ਦਾ ਪ੍ਰਚਾਰ ਕਰ, ਗੱਦੀ ਤੇ ਬੈਠ ਕੇ ਤੇ ਮੱਥੇ ਟਿਕਾ ਆਪਣੇ ਆਪ ਨੂੰ। ਗੁਰੂ ਸਾਹਿਬ ਜੀ ਮੈਨੂੰ ਇਹੋ ਜਿਹੀ ਤੇ ਇੱਛਾ ਹੀ ਨਹੀਂ ਰਹਿ ਗਈ। ਤੀਨ ਕਾਲ ਜਗ ਜਾਣੋ ਨਾਹੀ। ਮੈਂ ਤੇ 3 ਕਾਲਾਂ ਸਮਿਆਂ ਵਿੱਚ ਹੀ ਭੂਤ ਭਵਿੱਖ ਵਰਤਮਾਨ 3 ਸਮਿਆਂ ਵਿੱਚ ਹੀ ਸੰਸਾਰ ਨੂੰ ਅਣਹੋਇਆ ਹੀ ਜਾਣ ਰਿਹਾ ਵੀ ਇਹ ਤੇ ਹੈ ਹੀ ਨਹੀਂ ਹੈ। ਜਿਉ ਸਿਆਮਤਾ ਕੱਜਲ ਮਾਹੀ। ਜਿਸ ਤਰ੍ਹਾਂ ਕੱਜਲ ਦੇ ਵਿੱਚ ਉਹ ਸਿਆਮਤਾ ਕਾਲਾਪਣ ਹੁੰਦਾ ਹੈ ਕਣ ਕਣ ਵਿੱਚ। ਸਰਬਮਈ ਪਰਮਾਤਮ ਏਕਾ। ਇਸੇ ਤਰ੍ਹਾਂ ਇੱਕ ਪਰਮਾਤਮਾ ਰੂਪ ਹੀ ਸਾਰੇ ਸਮਾਇਆ ਹੋਇਆ ਹੈ, ਤੁਧ ਬਿਨ ਦੂਜਾ ਨਾਹੀ ਕੋਏ। ਬਾਵਾ ਤੁਮਾ ਤੇ ਐਸ ਵਿਵੇਕਾ। ਇਸ ਤਰ੍ਹਾਂ ਦਾ ਤੁਹਾਡੇ ਤੋਂ ਮਹਾਰਾਜ ਵਿਵੇਕ ਗਿਆਨ ਪਾਇਆ ਵੀ
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨਿਸ਼ਚਾ ਦ੍ਰਿੜ ਜਬ ਦਿਨ ਹੈ ਲਿਖਾਇਆ। ਜਦੋਂ ਭਾਈ ਇੰਦਰ ਸੈਨ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣਾ ਦ੍ਰਿੜ ਨਿਸ਼ਚਾ ਜਣਾਇਆ ਵੀ ਮਹਾਰਾਜ ਮੈਨੂੰ ਤੇ ਐਸਾ ਹੁਣ ਪ੍ਰਤੀਤ ਹੋ ਰਿਹਾ ਹੈ, ਜਾਂ ਇਸ ਤਰ੍ਹਾਂ ਵੀ ਸਤਿਗੁਰ ਜੀ ਨੇ ਜਦੋਂ ਦ੍ਰਿੜ ਨਿਸ਼ਚਾ ਜਾਣਿਆ ਇੰਦਰ ਸੈਨ ਦਾ, ਮੰਜੀ ਪਰ ਝੰਡਾ ਬੈਠਾਇਆ। ਕੋਲ ਹੀ ਜੋ ਸਾਥੀ ਭਾਈ ਝੰਡਾ ਵਾਢੀ ਹੈ ਤਰਖਾਣ, ਉਸ ਨੂੰ ਗੁਰਮਤਿ ਦੇ ਪ੍ਰਚਾਰ ਵਾਸਤੇ ਗੱਦੀ ਉੱਪਰ ਬਿਠਾ ਦਿੱਤਾ ਹੈ। ਸਰਬ ਦੇਸ਼ ਕੋ ਸਤਿਗੁਰ ਕਰਕੇ। ਸਾਰੇ ਇਲਾਕੇ ਦਾ ਹੀ ਵੀ ਸਤਿਗੁਰ ਦੀ ਪ੍ਰਾਪਤੀ ਕਰਾਉਣ ਵਾਲਾ ਪੂਜਨੀਕ ਕਰਕੇ ਬਣਾ ਕੇ, ਪੁਰ ਕੋ ਪਠਾਰ ਜਾਏ ਉਚਰ ਕੇ। ਆਪਣੀ ਇਹਦੀ ਪੂਰੀ ਜਿਹੜੀ ਹੈ ਉਹ ਸ਼ਹਿਰ ਅਸੀਮ ਫਲ ਦੇ ਵਿੱਚ ਇਸ ਝੰਡਾ ਵਾਢੀ ਨੂੰ ਭੇਜ ਦਿੱਤਾ। ਗੁਰੂ ਜੀ ਨੇ ਆਪਣੀ ਆਗਿਆ ਉਚਾਰ ਕੇ ਕਹਿ ਕੇ, ਭਾਈ ਪ੍ਰਗਟ ਸਭ ਨਗਰ ਮਝਾਰੂ। ਸਾਰੇ ਨਗਰ ਦੇ ਵਿੱਚ ਇਧਰ ਗੱਲ ਪ੍ਰਗਟ ਹੋ ਗਈ ਹੈ। ਮਨਜ ਪਰਸ ਪਰ ਕਰਤ ਉਚਾਰੂ। ਮਨੁੱਖ ਜਿਹੜੇ ਸ਼ਹਿਰ ਦੇ ਆਪੋ ਵਿੱਚ ਹੀ ਇਕੱਠਿਆਂ ਹੋ ਕੇ ਤੇ ਸਤਿਗੁਰ ਜੀ ਦੇ ਸੰਬੰਧ ਵਿੱਚ ਵਿਚਾਰਾਂ ਕਰਦੇ ਹਨ। ਹੋਈ ਸੁਦਰਸੈਨ ਸੁਧਿਆਸੇ। ਇਸੇ ਤਰ੍ਹਾਂ ਜੋ ਸੁਦਰਸੈਨ ਰਾਜਾ ਹੈ, ਸੀਮ ਫਲ ਰਾਜਧਾਨੀ ਦਾ, ਗੱਲ ਪਹੁੰਚਦਿਆਂ ਉਹਨੂੰ ਵੀ ਖਬਰਸਾਰ ਹੋਈ ਹੈ। ਇਸ ਤਰ੍ਹਾਂ ਤਪਾ ਸਾਧ ਕੋ ਬਾਹਰ ਬੈਸੇ। ਕਿ ਕੋਈ ਤਪਸਵੀ ਮਹਾਨ ਤਪ ਕਰਨ ਵਾਲਾ ਸਾਧੂ ਆ ਕੇ ਬਾਹਰ ਬੈਠੇ ਹੋਏ ਆ ਸ਼ਹਿਰ ਤੋਂ। ਝੰਡੇ ਕੋ ਸਤਿਗੁਰੂ ਬਣਾਇਆ। ਤੇ ਉਹਨਾਂ ਨੇ ਝੰਡੇ ਵਾਢੀ ਨੂੰ ਸਤਿਗੁਰ ਦੀ ਪ੍ਰਾਪਤੀ ਵਾਲਾ ਪੂਜਨੀਕ ਬਣਾਇਆ ਹੈ। ਸੁਣ ਨਰੇਸ਼ ਨਰ ਏਕ ਪਠਾਇਆ। ਸੁਣ ਕੇ ਸੁਦਰਸੈਨ ਰਾਜੇ ਨੇ ਇੱਕ ਆਪਣਾ ਦਾਸ ਭੇਜਿਆ। ਝੰਡਾ ਇੰਦਰਸੈਨ ਤਿਹ ਕਾਲਾ। ਭਾਈ ਝੰਡਾ ਵਾਢੀ ਤੇ ਇੰਦਰਸੈਨ ਉਸ ਸਮੇਂ ਬੈਠੇ ਦਰਸ ਹੈ ਦੀਨ ਦਿਆਲਾ। ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਬੈਠਿਆਂ ਬੈਠਿਆਂ ਦਰਸ਼ਨ ਕਰ ਰਹੇ ਸਨ। ਇੱਕ ਟੱਕ ਨਿਗਾਹ ਲਾ ਕੇ ਮਾਨਵ ਆਵਤ ਵਾਕ ਅਲਾਵਾ। ਉਹ ਜਿਹੜਾ ਨੌਕਰ ਭੇਜਿਆ ਸੀ ਰਾਜੇ ਨੇ, ਉਸਨੇ ਆਉਂਦਿਆਂ ਹੀ ਇਵੇਂ ਦਾ ਬਚਨ ਕਿਹਾ, ਕੌਣ ਤਪਾ ਤਮ ਵਿਖੇ ਕਹਾਵਾ। ਇਹ ਭਾਈ ਤੁਹਾਡੇ ਵਿੱਚ ਤਪਾ ਗੁਰੂ ਨਾਨਕ ਸਾਹਿਬ ਤਪਾ ਕਿਹੜਾ ਕਹਾਉਂਦਾ ਆਪਣੇ ਆਪ ਨੂੰ। ਨਾਮ ਹੈ ਸ੍ਰੀ ਨਾਨਕ ਜਾ ਕੋ। ਜਿਸ ਤਪੇ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਕਰਕੇ ਹੈ, ਉਹ ਨਾਨਕ ਤਪਾ ਕੌਣ ਹੈ ਤੁਹਾਡੇ ਵਿੱਚੋਂ। ਨਿਰਪਤ ਬਲਾਵਤ ਹੈ ਅਬ ਤਾਂ ਕੋ। ਹੁਣੇ ਆ ਰਾਜਾ ਸੁਦਰਸੈਨ ਉਹਨਾਂ ਨੂੰ ਬੁਲਾ ਰਿਹਾ ਛੇਤੀ। ਇੰਦਰਸੈਨ ਬੋਲਿਓ ਤਿਹ ਸਾਥਾ। ਜੋ ਇੰਦਰਸੈਨ ਰਾਜਾ ਸੀ ਤੇ ਉਹ ਬੋਲਿਆ ਉਸ ਜਿਹੜਾ ਨੌਕਰ ਆਇਆ ਹੋਇਆ ਉਹਦੇ ਨਾਲ, ਮੈਂ ਅਬ ਚੱਲੋ ਨਿਕਟ ਨਰ ਨਾਥਾ। ਕਹਿੰਦਾ ਵੀ ਗੁਰੂ ਸਾਹਿਬ ਜੀ ਨੇ ਕੀ ਜਾਣਾ, ਮੈਂ ਹੀ ਰਾਜੇ ਕੋਲ ਚਲਿਆ ਜਾਂਦਾ ਹਾਂ। ਤਿਹ ਕੋ ਸਭ ਬਿਦ ਕਹਿ ਸਮਝਾਓ। ਆਪਣੇ ਮਾਮਾ ਰਾਜੇ ਨੂੰ ਸਭ ਤਰ੍ਹਾਂ ਨਾਲ ਕਹਿ ਕੇ ਸਮਝਾਵਾਂਗਾ। ਬੋਰੋ ਪਾਪ ਪਾਸ ਚੱਲ ਆਓ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੁੜ ਫਿਰ ਮੈਂ ਤੁਹਾਡੇ ਪਾਸ ਚੱਲ ਕੇ ਆ ਜਾਵਾਂਗਾ। ਸ੍ਰੀ ਗੁਰ ਭਨੈ ਉਠਿਓ ਤੂੰ ਕਾਸੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇੰਦਰਸੈਨ ਭਾਈ ਤੂੰ ਭਲਾ ਕਿਸ ਤਰ੍ਹਾਂ ਉੱਠਿਆ ਹੈ। ਰਹੋ ਨਚਿੰਤ ਇਹਾਂ ਟਿਗ ਪੈਸੇ। ਐ ਨਿਚਿੰਤ ਹੋ ਕੇ ਤੇ ਸਾਡੇ ਕੋਲ ਹੀ ਬੈਠੇ ਰਹੋ। ਇੰਦਰਸੈਨ ਤਬ ਬਚਨ ਉਚਾਰਾ। ਇੰਦਰਸੈਨ ਨੇ ਤਦੋਂ ਗੁਰੂ ਸਾਹਿਬ ਜੀ ਨੂੰ ਕਿਹਾ, ਹੇ ਪ੍ਰਭ ਸੁਨਹੁ ਮੁਕੰਦ ਉਦਾਰਾ। ਹੇ ਪ੍ਰਭੂ ਗੁਰੂ ਨਾਨਕ ਸਾਹਿਬ ਜੀ ਮੁਕਤੀ ਦਾ ਤੇ ਸਖੀ ਦਾ ਤੇ ਸਤਿਗੁਰ ਜੀ ਮੇਰਾ ਬਚਨ ਸੁਣੋ। ਭੂਪਤ ਮਾਤੁਰ ਲਾਗਤ ਹਮਾਰਾ। ਇਹ ਜਿਹੜਾ ਰਾਜਾ ਹੈ ਇਹ ਤੇ ਮੇਰਾ ਮਾਮਾ ਜੀ ਲੱਗਦੇ ਐ। ਭੇਦ ਨਾ ਜਾਣ ਸਕਹਿ ਸੋ ਤੁਮਰਾ। ਉਹ ਤੁਹਾਨੂੰ ਕਦੀ ਮਿਲਿਆ ਨਹੀਂ ਹੈ, ਜਿਸ ਕਰਕੇ ਤੁਹਾਡਾ ਭੇਦ ਨਹੀਂ ਜਾਣ ਸਕੇਗਾ ਵੀ ਤੁਸੀਂ ਕੈਸੇ ਮਹਾਨ ਹੋ। ਆਏ ਸਦੀਜਾ ਤਹਿ ਸਮਝਾਓ। ਆਪ ਮੈਨੂੰ ਆਗਿਆ ਦੇ ਦਈਏ, ਮੈਂ ਜਾ ਕੇ ਉਸ ਨੂੰ ਚੰਗੀ ਤਰ੍ਹਾਂ ਹੀ ਸਮਝਾ ਬੁਝਾ ਦਿਆਂਗਾ। ਜਿਉ ਹੋਵੇ ਭਲਾ ਸੋ ਰੀਤ ਬਤਾਓ। ਜਿਸ ਤਰ੍ਹਾਂ ਹੀ ਗੁਰੂ ਸਾਹਿਬ ਜੀ ਮੇਰੇ ਮਾਮਾ ਜੀ ਦਾ ਭਲਾ ਹੋ ਜਾਵੇ,
ਮੈਂ ਉਸੇ ਤਰ੍ਹਾਂ ਦੀ ਰੀਤੀ ਮਰਿਆਦਾ ਦੱਸਾਂਗਾ। ਦੋਹਰਾ ਲੇਰ ਜਾਏ ਨਿਰਪ ਟਿਕ ਗਇਓ। ਇੰਦਰ ਸੈਨ ਮਹਾਰਾਜ ਦੀ ਆਗਿਆ ਲੈ ਕੇ ਤੇ ਰਾਜੇ ਸੁਦਰਸੈਨ ਕੋਲ ਚਲਿਆ ਗਿਆ। ਮਿਲ ਅਸ ਬਚਨ ਉਚਾਰ। ਮਿਲ ਕਰਕੇ ਇਸ ਤਰ੍ਹਾਂ ਦਾ ਬਚਨ ਕਿਹਾ। ਸ਼ਰਨ ਗਹੋ ਤਿਹ ਸੰਤ ਕੀ। ਕਿਹਾ ਵੀ ਮਾਮਾ ਜੀ ਉਹ ਜੋ ਸੰਤ ਹੈ ਨਾ ਬਾਹਰ ਸ਼ਹਿਰ ਤੋਂ ਆਏ ਹੋਏ, ਉਹਨਾਂ ਦੀ ਤੁਸੀਂ ਸ਼ਰਨ ਗ੍ਰਹਿਣ ਕਰ ਲਓ। ਲੱਖ ਸਰੂਪ ਕਰਤਾਰ। ਉਹ ਜਿਹੜੇ ਬਾਹਰ ਆਏ ਹੋਏ ਉਹਦੇ ਕਰਤਾਰ ਪਰਮੇਸ਼ਰ ਦਾ ਹੀ ਸਰੂਪ ਹੈ। ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਜਾਣ ਕੇ ਵੀ ਪਰਮੇਸ਼ਰ ਨੇ ਸਾਧੂਆਂ ਦਾ ਰੂਪ ਧਾਰਿਆ ਹੋਇਆ ਤੇ ਉਹਨਾਂ ਦੀ ਸ਼ਰਨ ਗ੍ਰਹਿਣ ਕਰ ਲਓ। ਚੌਪਈ ਊਨੇ ਭਰੇ ਭਰੇ ਕਰ ਊਨੇ। ਉਹ ਤੇ ਐਸੇ ਹੈ, ਉਹਨਾਂ ਦੀ ਮਹਿਮਾ ਐਸੀ ਮਹਾਨ ਹੈ, ਖਾਲੀਆਂ ਨੂੰ ਭਰ ਦਿੰਦੇ ਹੈ, ਭਰਿਆਂ ਨੂੰ ਖਾਲੀ ਕਰ ਦਿੰਦੇ ਹੈ। ਉਜਰ ਬਸਾਏ ਬਸੇ ਕਰ ਛੋਨੇ। ਜਿਹੜੇ ਉਜੜੇ ਹੁੰਦੇ ਉਹਨਾਂ ਨੂੰ ਵਸਾ ਦਿੰਦੇ ਹੈ, ਵਸਿਆ ਹੋਇਆਂ ਨੂੰ ਖਾਲੀ ਕਰ ਦਿੰਦੇ, ਉਜਾੜ ਦਿੰਦੇ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਢਾਵੈ, ਕੂਪ ਤੇ ਮੇਰ ਕਰਾਵੈ। ਐਸੇ ਮਹਾਨ ਹੈ ਉਹ ਜਿਹੜੇ ਕੋਈ ਉਜੜੇ ਹੋਏ ਹੈ ਉਹਨਾਂ ਨੂੰ ਵਸਾ ਦਿੰਦੇ ਹੈ, ਵਸਿਆ ਹੋਇਆਂ ਨੂੰ ਖਾਲੀ ਕਰ ਦਿੰਦੇ, ਉਜਾੜ ਦਿੰਦੇ ਹੈ। ਲੱਗ ਤੇ ਵੱਡ ਵੱਡ ਤੇ ਲੱਗ ਛਿਨ ਮੈਂ। ਛੋਟਿਆਂ ਨੂੰ ਵੱਡੇ ਕਰ ਦਿੰਦੇ ਹੈ। ਜਿਹੜੇ ਕੋਈ ਆਪਣੇ ਆਪ 'ਚ ਹੰਕਾਰੀ ਵੱਡੇ ਹੋਏ ਫਿਰਦੇ ਵੀ ਮੇਰੇ ਵਰਗਾ ਕਿਹੜਾ ਰਾਜਾ ਹੈ, ਉਹਨਾਂ ਨੂੰ ਛੋਟਿਆਂ ਕਰ ਦਿੰਦੇ ਛਿਨ ਮਾਤਰ 'ਚ। ਆਸ ਸਮਰੱਥ ਸਮਝੋ ਨਿਰਪ ਮਨ ਮੈਂ। ਹੇ ਰਾਜਾ ਸੁਦਰਸੈਨ ਮੇਰੇ ਮਾਮਾ ਜੀ, ਮਨ ਵਿੱਚ ਐਸੇ ਸਮਰੱਥ ਜਾਣ ਲਓ, ਸ਼ਕਤੀਆਂ ਦੇ ਮਾਲਕ ਹੈ, ਤਾਕਤਾਂ ਦੇ ਮਾਲਕ ਹੈ ਬਹੁਤ। ਧੂਪ ਕਹਿ ਜਿਹ ਬਿਦ ਤੁਮ ਕਹਿਓ। ਰਾਜਾ ਸੁਦਰਸੈਨ ਕਹਿਣ ਲੱਗਾ ਵੀ ਹੇ ਮੇਰੇ ਭਾਣਜੇ ਇੰਦਰਸੈਨ, ਜਿਸ ਤਰ੍ਹਾਂ ਤੂੰ ਕਹਿੰਦਾ ਹੈ ਤਿਹ ਬਿਦ ਜਾਏ ਸ਼ਰਨ ਮੈਂ ਗਹਿਓ। ਬਸ ਉਸੇ ਤਰ੍ਹਾਂ ਜਾ ਕੇ ਮੈਂ ਇਹਨਾਂ ਦੀ ਸ਼ਰਨ ਫੜ ਲਵਾਂਗਾ। ਜਿਹ ਕੀ ਮਹਿਮਾ ਸੁਨੀਅਤ ਭਾਰੀ। ਅੱਜ ਜਿਨ੍ਹਾਂ ਦੀ ਮਹਿਮਾ ਤੇਰੇ ਪਾਸੋਂ ਇੰਨੀ ਭਾਰੀ ਸੁਣੀ ਜਾ ਰਹੀ ਵੀ ਬਹੁਤ ਮਹਾਨ ਹਨ। ਦਰਸ ਕਰਨ ਅਬਲਾਖ ਹਮਾਰੀ। ਐਸੇ ਗੁਰੂ ਨਾਨਕ ਸਾਹਿਬ ਤਬਾ ਜੀ ਦੇ ਦਰਸ਼ਨ ਕਰਨ ਦੀ ਤੇ ਮੇਰੀ ਤੇ ਪਹਿਲਾਂ ਹੀ ਬਹੁਤ ਇੱਛਾ ਚਾਹਨਾ ਸੀ। ਦਰਸਾਨ ਕਹਿ ਭੇਟਾ ਲੀਜਾ। ਇੰਦਰਸੈਨ ਕਹਿਣ ਲੱਗਾ ਮਾਮਾ ਜੀ ਅੱਜ ਸੰਤਾਂ ਦਾ ਦਰਸ਼ਨ ਕਰਨਾ ਖਾਲੀ ਹੱਥ ਨਹੀਂ ਜਾਈਦਾ, ਜਿਹੜੇ ਕੋਈ ਭੇਟਾ ਦੇਣੀ ਉਹ ਆਪਣੇ ਨਾਲ ਲੈ ਲਈਏ। ਆਪਣਾ ਆਪ ਨਿਵਾਰਨ ਕੀਜੈ। ਤੇ ਜਿਹੜਾ ਆਪਾ ਭਾਵ ਹੈ ਨਾ, ਆਪਣਾ ਆਪ ਉਹਨੂੰ ਦੂਰ ਕਰੀਏ ਵੀ ਮੈਂ ਰਾਜਾ ਹੋ ਕੇ ਮੈਂ ਕਿਉਂ ਉਹਨਾਂ ਨੂੰ ਮੱਥਾ ਟੇਕਾਂ, ਮੈਂ ਕਿਉਂ ਉਹਨਾਂ ਦੀ ਸ਼ਰਨ ਫੜਾਂ। ਇਹ ਜਿਹੜਾ ਆਪਣਾ ਆਪ ਹੈ ਇਹਨੂੰ ਦੂਰ ਹੀ ਕਰ ਦਈਏ। ਸ਼ੁਭ ਫਲ ਮਧੁਰ ਆਸਨ ਧਰ ਆਗੇ। ਜਿਹੜੇ ਚੰਗੇ ਮਿੱਠੇ ਫਲ ਹੈ ਤੇ ਚੰਗੇ ਜਿਹੜੇ ਭੋਜਨ ਹੈ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਕਰਹੁ ਡੰਡੋਤ ਚਰਨ ਜੁਗ ਲਾਗੇ। ਐ ਡੰਡੇ ਵੱਤ ਸਿੱਧਿਆਂ ਹੋ ਕੇ ਉਹਨਾਂ ਦੇ ਦੋਹਾਂ ਚਰਨਾਂ ਨੂੰ ਲੱਗ ਕੇ ਤੇ ਮੱਥਾ ਟੇਕਣਾ ਕਰਨਾ ਹੈ ਤੁਸਾਂ ਨੇ। ਮਾਨੀ ਸੀਖ ਸੁਸਾ ਕੇ ਸੁਤ ਕੀ। ਜੋ ਰਾਜੇ ਦੀ ਭੈਣ ਦਾ ਪੁੱਤਰ ਹੈ, ਭਾਵ ਭਣੇਵਾ ਹੈ ਇੰਦਰਸੈਨ, ਜੋ ਨੇ ਸਿੱਖਿਆ ਦਿੱਤੀ ਸਭ ਤਰ੍ਹਾਂ ਨਾਲ ਹੀ ਮੰਨੀ ਹੈ। ਲਖੀ ਹਿਰਦੈ ਭਾਖਤ ਮਮ ਹਿਤ ਕੀ। ਹਿਰਦੇ ਵਿੱਚ ਜਾਣੀ ਇਹ ਗੱਲ ਵੀ ਜੋ ਮੇਰਾ ਭਣੇਵਾ ਭਾਂਜਾ ਕਹਿੰਦਾ ਮੇਰੇ ਭਲੇ ਲਈ ਕਹਿ ਰਿਹਾ ਹੈ। ਸੁਣ ਭੇਟਾ ਲੈ ਕਰ ਸੋ ਆਵਾ। ਸੁਣ ਕਰਕੇ ਸੁਦਰਸੈਨ ਰਾਜਾ ਜਿਹੜੀ ਭੇਟਾ ਕੋਈ ਦੇਣੀ ਹੈ ਮਹਾਰਾਜ ਨੂੰ, ਉਹ ਲੈ ਕਰਕੇ ਮਹਿਲਾਂ ਤੋਂ ਬਾਹਰ ਆ ਗਿਆ। ਇੰਦਰਸੈਨ ਜਿਹ ਸੰਗ ਸੁਹਾਵਾ। ਜਿਸ ਰਾਜੇ ਨਾਲ ਉਹਦਾ ਭਣੇਵਾ ਇੰਦਰਸੈਨ ਵੀ ਹੈ ਸੋਭਨੀਕ ਹੋ ਰਿਹਾ। ਦੋਹਰਾ ਪਗ ਨੰਗੇ ਮਨ ਦੀਨ ਹੋਇਆ। ਰਾਜੇ 'ਚ ਤੇ ਇੰਨੀ ਨਿਮਰਤਾ ਆ ਗਈ ਹੈ, ਬਹੁਤ ਦੀਨ ਨਿਮਰਤਾ ਵਾਲਾ ਹੋ ਕੇ ਨੰਗੇ ਚਰਨੀ ਹੈ, ਪੈਰੀ ਜੁੱਤੀ ਵੀ ਨਹੀਂ ਪਾਈ। ਪ੍ਰੇਮ ਸੰਗ ਤਿਹ ਆਨਾ।
ਬਹੁਤ ਪ੍ਰੇਮ ਦੇ ਨਾਲ ਜਿਹੜਾ ਇੰਦਰਸੈਨ ਆਪਣੇ ਮਾਮੇ ਨੂੰ ਲੈ ਕੇ ਆ ਰਿਹਾ ਹੈ। ਕਰ ਬੰਦੇ ਬੰਧਨ ਕਰੀ। ਆਉਂਦਿਆਂ ਸੁਦਰਸੈਨ ਰਾਜੇ ਨੇ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਧਰ ਪਰ ਦੰਡ ਸਮਾਨ। ਜਿਵੇਂ ਧਰਤੀ ਦੇ ਉੱਪਰ ਡੰਡਾ ਪਿਆ ਹੁੰਦਾ, ਸਿੱਧਾ ਹੋ ਕੇ ਮੱਥਾ ਟੇਕਿਆ, ਡੰਡੇ ਵਾਂਗ ਪੈ ਕੇ। ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ। 8 ਅੰਗ ਲਾਏ ਐ, ਡੰਡੇ ਵਾਂਗ ਸਿੱਧਿਆਂ ਹੋ ਕੇ ਲੰਮੇ ਪੈ ਕੇ ਮੱਥਾ ਟੇਕਿਆ ਹੈ। ਅਸ਼ਟਾਂਗ ਕਰਕੇ ਤੇ ਗੁਰੂ ਜੀ ਦੇ ਚਰਨਾਂ ਵਿੱਚ ਬਹੁਤ ਪ੍ਰੇਮੀ ਪਿਆਰਾ ਹੋ ਗਿਆ ਹੈ। ਪਰਿਓ ਰਹਿਓ ਉਠਤ ਨਾਮ ਵਡਭਾਗਾ। ਜੋ ਵੱਡਿਆਂ ਭਾਗਾਂ ਵਾਲਾ ਸੁਦਰਸੈਨ ਰਾਜਾ ਹੈ, ਕਹਿੰਦੇ ਸਤਿਗੁਰੂ ਜੀ ਦੇ ਚਰਨਾਂ ਦੇ ਪਿਆ ਹੀ ਰਿਹਾ, ਉੱਠ ਹੀ ਨਹੀਂ ਰਿਹਾ। ਦੇਖ ਗੁਰੂ ਦਈ ਪੀਠ ਪਰ ਥਾਪੀ। ਐਸੀ ਗਰੀਬੀ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਰਾਜੇ ਦੀ ਉਹ ਪਿੱਠ ਉੱਪਰ ਥਾਪੀ ਦਿੱਤੀ, ਥਾਪੜਾ ਦਿੱਤਾ ਹੈ। ਉਠੋ ਭੂਪ ਅਤ ਭਾ ਪ੍ਰਤਾਪੀ। ਮਹਾਰਾਜ ਕਹਿੰਦੇ ਰਾਜਾ ਜੀ ਉਠੋ, ਤੁਸੀਂ ਤੇ ਬਹੁਤ ਵੱਡੇ ਪ੍ਰਤਾਪੀ ਹੋਵੋਗੇ। ਦ੍ਰਿਪਤ ਸਤਾਰ ਹੈ ਤੋਹੇ ਸਮੀਪਾ। ਜਿਹੜਿਆ ਰਾਜੇ ਨਾ 17 ਤੇਰੇ ਨੇੜੇ ਤੇਰੇ ਕੋਲ ਦੇ ਟਾਪੂਆਂ ਦੇ, ਸਭ ਕੈ ਭਇਓ ਤੋਹੀ ਅਵਨੀਪਾ। ਉਹ ਸਾਰਿਆਂ ਦਾ ਹੀ ਤੂੰ ਰਾਜਾ ਹੋ ਗਿਆ ਅੱਜ। ਆਨ ਕਰਹਾਂਗੇ ਤਬ ਪਦ ਬੰਦਨ। ਅਸੀਂ ਬਚਨ ਕਰਦੇ ਆਂ ਵੀ ਉਹ 17 ਦੇ 17 ਰਾਜੇ ਤੇਰੇ ਚਰਨ ਕਮਲਾਂ ਤੇ ਆ ਕੇ ਮੱਥਿਆ ਟੇਕਿਆ ਕਰਨਗੇ, ਨਮਸਕਾਰਾਂ ਕਰਿਆ ਕਰਨਗੇ। ਜੇ ਨਾ ਆਏ ਛੱਡ ਕਰੋ ਨਿਕੰਦਨ। ਜੇ ਉਹ ਨਹੀਂ ਨਾ ਆਉਣਗੇ, ਕੋਈ ਕਰੇਗਾ ਹੰਕਾਰ, ਉਹਦਾ ਤੁਸੀਂ ਨਾਸ ਕਰ ਦੇਣਾ, ਚੜ੍ਹਾਈ ਕਰਕੇ ਉਹਨੂੰ ਖਤਮ ਕਰ ਦੇਣਾ। ਪਰ ਜਿੱਥੇ ਗੁਰੂ ਜੀ ਨੇ ਬਚਨ ਕਰ ਦਿੱਤਾ, ਉੱਥੇ ਤੇ 17 ਰਾਜਿਆਂ ਨੂੰ ਆਉਣਾ ਹੀ ਪੈਣਾ, ਤੇ ਆਉਂਦੇ ਸੀ। ਪ੍ਰੇਮ ਅਦਿਕ ਜਬ ਤਿਹ ਕਾ ਦੇਖਾ। ਜਦੋਂ ਬਹੁਤ ਜ਼ਿਆਦਾ ਹੀ ਸਤਿਗੁਰੂ ਜੀ ਨੇ ਪ੍ਰੇਮ ਵੇਖਿਆ ਸੁਦਰਸੈਨ ਰਾਜੇ ਦਾ, ਤੀਨੋ ਬਾਰ ਹੋਇਆ ਰਾਜ ਬਸੇਖਾ। ਵਰ ਦਿੱਤਾ ਰਾਜਾ ਤੇਰਾ ਬਹੁਤ ਤਗੜਾ ਰਾਜ ਹੋਵੇਗਾ। ਸੁਦਰਸੈਨ ਸੁਨ ਕਰ ਹਰਖਾਨਾ। ਸੁਦਰਸੈਨ ਰਾਜਾ ਸੁਣ ਕਰਕੇ ਵਰ ਰੂਪ ਬਚਨ ਬਹੁਤ ਖੁਸ਼ ਹੋਇਆ ਹੈ। ਸ੍ਰੀ ਕਰਤਾਰ ਸਮਾਨ ਪਛਾਨਾ। ਇਹ ਗੁਰੂ ਨਾਨਕ ਸਾਹਿਬ ਸੰਤ ਜੀ ਤਪਾ ਜੀ ਐਸੇ ਵੈਸੇ ਨਹੀਂ, ਇਹ ਤੇ ਸ੍ਰੀ ਸੁਭਾਏ ਮਾਨ ਜੋ ਕਰਤਾਰ ਪਰਮੇਸ਼ਰ ਹੈ ਉਹਦੇ ਸਮਾਨ ਹੀ ਹੈ। ਪਛਾਣਿਆ ਵੀ ਪਰਮੇਸ਼ਰ ਹੀ ਹੈ ਇਹ। ਦੋਹਰਾ ਬਿਨਾ ਕਰੀ ਕਰ ਬੰਦ ਕਾ। ਦੋਵੇਂ ਹੱਥਾਂ ਨੂੰ ਬੰਨ੍ਹ ਕੇ ਜੋੜ ਕਰਕੇ ਬੇਨਤੀ ਕੀਤੀ ਹੈ। ਲੈ ਚੱਲਾ ਨਿਜ ਧਾਮ। ਆਪਣੇ ਘਰ ਨੂੰ ਸਤਿਗੁਰਾਂ ਨੂੰ ਬੇਨਤੀ ਕਰਕੇ ਵੀ ਮਹਾਰਾਜ ਕਿਰਪਾ ਕਰੋ, ਮੇਰੀ ਗਰੀਬ ਦੀ ਕੁੱਲੀ ਵਿੱਚ ਚਰਨ ਪਾ ਕੇ ਨਿਹਾਲ ਕਰੋ, ਸਫਲੀ ਕਰੋ, ਤੇ ਬੇਨਤੀ ਕਰਕੇ ਆਪਣੇ ਘਰ ਲੈ ਚੱਲਿਆ ਹੈ ਰਾਜਾ। ਏਕ ਮਾਸ ਤਹਿਠਾ ਰਹੇ। ਗੁਰੂ ਸਾਹਿਬ ਜੀ ਦਾ ਪ੍ਰੇਮ ਵੇਖ ਕੇ 1 ਮਹੀਨਾ ਸੁਦਰਸੈਨ ਦੇ ਰਾਜੇ ਦੇ ਘਰ ਰਹੇ ਹੈ। ਪੂਰਨ ਕਿੰਕਰ ਕਾਮ। ਆਪਣੇ ਦਾਸ ਸੁਦਰਸੈਨ ਰਾਜੇ ਦੀ ਕਾਮਨਾ ਨੂੰ ਪੂਰਨ ਕਰਨ ਵਾਸਤੇ। ਚੌਪਈ ਸ੍ਰੀ ਗੁਰ ਭਨਾ ਨਰੇਸ਼ ਸਨੀਜਾ। ਮਹਾਰਾਜ ਕਹਿੰਦੇ ਰਾਜਾ ਸਾਡਾ ਬਚਨ ਧਿਆਨ ਦੇ ਕੇ ਸੁਣੀਏ। ਝੰਡੇ ਕੀ ਸਮਤਾ ਨਹ ਕੀਜਾ। ਜੋ ਝੰਡਾ ਵਾਢੀ ਹੈ ਨਾ, ਸਾਡਾ ਸਿੱਖ ਕਦੇ ਭੁੱਲ ਕੇ ਵੀ ਉਹਦੀ ਬਰਾਬਰੀ ਨਹੀਂ ਕਰਨੀ, ਉਤੇ ਚੜ੍ਹਾਈ ਨਹੀਂ ਕਰਨੀ। ਇਹ ਨਹੀਂ ਕਹਿਣਾ ਮੈਂ ਰਾਜਾ ਹਾਂ। ਜੇ ਕਰ ਆਪਣਾ ਭਲਾ ਤੁਮ ਚਾਹਈ। ਜੇ ਕਰਕੇ ਤੂੰ ਆਪਣਾ ਭਲਾ ਚਾਹੁੰਦਾ ਹੈ, ਸਦਾ ਨਮਿਓ ਆਗਾ ਤਿਹ ਰਹੀ। ਸਦਾ ਹੀ ਉਹਨਾਂ ਅੱਗੇ ਨਿਵਿਆਂ ਹੀ ਤੂੰ ਰਹਿਣਾ ਹੈ, ਨੀਵਾਂ ਹੋ ਕੇ ਰਹਿਣਾ। ਇਹ ਨਹੀਂ ਸੋਚਣਾ ਵੀ ਮੈਂ ਰਾਜਾ ਹਾਂ ਤੇ ਝੰਡੇ ਵਾਢੀ ਦੇ ਲੋਕ ਚਰਨੀ ਪੈ ਰਹੇ, ਇਹਨੂੰ ਪੂਜਨੀਕ ਮੰਨ ਰਹੇ ਹੈ। ਇਹ ਨਹੀਂ ਵਿਚਾਰਨਾ ਜੇ ਭਲਾ ਚਾਹੁੰਦਾ ਹੈ ਤੇ, ਸਗੋਂ ਉਹਦੇ ਅੱਗੇ ਸਦਾ ਨਿਵ ਕੇ ਰਹਿਣਾ ਹੈ। ਵੇਖ ਲਓ ਸਤਿਗੁਰ ਜੀ ਦੀ ਵਡਿਆਈ। ਇੱਥੇ ਵੀ ਜੋ ਗਰੀਬ ਹੈ ਝੰਡਾ ਵਾਢੀ, ਉਹਨੂੰ ਹੀ ਵਡਿਆਈ ਦਿੱਤੀ ਮਹਾਰਾਜ ਨੇ। ਰਾਜੇ ਨੂੰ ਵੀ ਉਹਦੇ ਚਰਨੀ ਪਾਇਆ ਹੈ।
ਇਵੇਂ ਸਤਿਗੁਰ ਜੀ ਦਾਸਾਂ ਦੇ ਦਾਸ ਬਣਾ ਦਿੰਦੇ ਐ। ਸਰਬ ਦੇਸ਼ ਸਿੱਖੀ ਪ੍ਰਗਟਾਏ। ਸਤਿਗੁਰ ਜੀ ਉੱਥੇ ਰਹਿ ਕੇ ਸਾਰੇ ਦੇਸ਼ ਵਿੱਚ ਸਿੱਖੀ ਪ੍ਰਗਟ ਕੀਤੀ ਹੈ। ਮਣੀਪੁਰ ਰਿਆਸਤ ਵਿੱਚ ਰਾਜਧਾਨੀ ਅਸੀਮ ਫਲ ਵਿੱਚ ਝੰਡੇ ਅਗਰਜ ਦਏ ਨਿਵਾਏ। ਭਾਈ ਝੰਡਾ ਵਾਢੀ ਦੇ ਅੱਗੇ ਸਾਰੇ ਨਵਾ ਦਿੱਤੇ, ਕਹਿ ਦਿੱਤਾ ਸਭ ਨੂੰ ਵੀ ਤੁਹਾਡਾ ਇਹ ਮੁਰਸ਼ਿਦ ਹੈ ਝੰਡਾ ਵਾਢੀ। ਸਿਮਰਨ ਨਾਮ ਦਾਨ ਇਸਨਾਨਾ। ਵਚਨ ਕੀਤਾ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਲੈਂਦਿਆਂ ਇਸ਼ਨਾਨ ਕਰਨਾ ਹੈ, ਸਿਮਰਨ ਕਰਨਾ ਹੈ ਤੇ ਮਿਹਨਤ ਮਸ਼ੱਕਤ ਕਰਕੇ ਹੱਕ ਸੱਚ ਦੀ ਕਮਾਈ ਕਰਕੇ ਦਾਨ ਕਰਨਾ ਹੈ। ਮਨ ਜਨ ਨਿਜ ਭਲਾ ਪਛਾਨਾ। ਉੱਥੋਂ ਦੇ ਮਨੁੱਖਾਂ ਸਾਰਿਆਂ ਨੇ ਆਪਣਾ ਭਲਾ ਹੀ ਪਛਾਣਿਆ ਮਹਾਰਾਜ ਦੇ ਬਚਨਾਂ ਨੂੰ ਵੀ ਗੁਰੂ ਸਾਹਿਬ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ ਹੈ। ਜਿਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ, ਨਾਮ ਸਿਮਰਦੇ ਹੈ, ਹੱਕ ਸੱਚ ਦੀ ਕਮਾਈ ਕਰਕੇ ਦਾਨ ਪੁੰਨ ਵੀ ਕਰਦੇ ਹਨ। ਬਾਹਰ ਚੱਲਣ ਕੀ ਬਾਤ ਚਲਾਈ। 1 ਮਹੀਨਾ ਰਹਿ ਕਰਕੇ ਸਤਿਗੁਰੂ ਜੀ ਨੇ ਫਿਰ ਆਪਣੇ ਜਾਣ ਦੀ ਗੱਲ ਚਲਾਈ ਹੈ ਵੀ ਰਾਜਾ ਹੁਣ ਅਸੀਂ ਜਾਣਾ ਚਾਹੁੰਦੇ ਹਾਂ। ਸੁਨਤ ਨਿਰਪਤ ਨੇ ਗਿਰਾ ਅਲਾਈ। ਸੁਣ ਕੇ ਰਾਜੇ ਸੁਦਰਸੈਨ ਨੇ ਬਾਣੀ ਕਹੀ। ਗੱਜ ਬਾਜੀ ਸਭ ਰਾਜ ਸਮਾਜਾ। ਸੱਚੇ ਪਾਤਸ਼ਾਹ ਜੀ ਜੋ ਮੇਰੇ ਕੋਲ ਘੋੜੇ ਹੈ, ਹਾਥੀ ਹੈ, ਹੋਰ ਜੋ ਸਾਜੋ ਸਮਾਨ ਰਾਜ ਭਾਗ ਹੈ, ਨਿਜ ਕਰ ਚੰਡੇ ਕੋ ਦੇਹੁ ਆਜਾ। ਅੱਜ ਮੈਂ ਆਪਣਾ ਸਾਰਾ ਹੀ ਆਪਣੇ ਹੱਥਾਂ ਨਾਲ ਹੀ ਭਾਈ ਝੰਡੇ ਵਾਢੀ ਨੂੰ ਦੇ ਰਿਹਾ ਹਾਂ ਲੋਕੋ ਲਿਓ ਆਪਣੇ ਸਾਥਾ। ਤੇ ਮੈਨੂੰ ਆਪਣੇ ਨਾਲ ਹੀ ਲੈ ਚੱਲੋ ਜੀ। ਰਹਿ ਨਾ ਸਕੋ ਤੁਮ ਬਿਨ ਜਗਨਾਥਾ। ਇਹ ਜਗਤ ਦੇ ਮਾਲਕ ਮੈਂ ਤੁਹਾਡੇ ਬਿਨਾਂ ਰਹਿ ਹੀ ਨਹੀਂ ਸਕਦਾ। ਮੀਨਾ ਨੀਰ ਗਤ ਸ੍ਰੀ ਪਾਗ ਸੰਗਾ। ਏ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ ਨਾਲ ਮੇਰੀ ਤੇ ਐਸੀ ਪ੍ਰੀਤੀ ਹੈ ਜਿਵੇਂ ਮੱਛੀ ਦੀ ਪਾਣੀ ਨਾਲ ਰੀਤੀ ਮਰਿਆਦਾ ਹੈ। ਮੱਛੀ ਦਾ ਪਾਣੀ ਨਾਲ ਪ੍ਰੇਮ ਹੈ, ਮੱਛੀ ਨੂੰ ਬਾਹਰ ਕੱਢਿਆ ਜਾਵੇ ਪਾਣੀ ਤੇ ਮਰ ਜਾਂਦੀ ਹੈ। ਤੁਹਾਡੇ ਚਰਨਾਂ ਨਾਲ ਮੇਰੀ ਮੱਛੀ ਵਾਲੀ ਹਾਲਤ ਹੈ, ਮੈਂ ਮੱਛੀ ਹਾਂ। ਤੁਹਾਡੇ ਚਰਨ ਰੂਪੀ ਜਿਹੜੇ ਤੁਹਾਡੇ ਚਰਨ ਉਹ ਸਰੋਵਰ ਵਾਂਗ ਹੈ, ਉਹਨਾਂ ਚਰਨਾਂ ਦਾ ਮੈਂ ਪ੍ਰੇਮੀ ਹਾਂ ਮਹਾਰਾਜ। ਉਹ ਮੇਰੀ ਮੱਛੀ ਵਾਲੀ ਹਾਲਤ ਹੋ ਗਈ ਹੈ, ਮੈਂ ਜੀ ਨਹੀਂ ਸਕਦਾ ਤੁਹਾਡੇ ਬਿਨਾਂ। ਹਸ ਕਹਤੇ ਔਰ ਪ੍ਰੇਮ ਮੰਗਾ। ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਹਿਰਦੇ ਵਿੱਚ ਪ੍ਰੇਮ ਦਾ ਬਹੁਤ ਉਛਾਲ ਉੱਠਿਆ ਹੈ। ਉਲ ਕਾਵਲ ਤਨ ਗਦ ਗਦ ਬਾਣੀ। ਰਾਜੇ ਦੇ ਰੋਮ ਸਰੀਰ ਵਿੱਚ ਤੇ ਪੁਲਕਾਵਲੀ ਹੋ ਗਈ, ਲੂੰ ਕੰਡੇ ਖੜੇ ਹੋ ਗਏ ਹੈ, ਬਾਣੀ ਗਦ ਗਦ ਹੋ ਗਈ, ਕੰਠ ਰੁਕ ਗਿਆ ਹੈ। ਤਿਹ ਸ਼ੈਨ ਨ੍ਰਿਪ ਕੀ ਗਤ ਬਿਕਲਾਨੀ। ਉਸ ਸਮੇਂ ਰਾਜੇ ਦੀ ਜਿਹੜੀ ਹਾਲਤ ਹੈ ਪ੍ਰੇਮ ਕਰਕੇ ਵਿਆਕਲ ਹੋ ਗਈ ਹੈ। ਰਾਜੇ ਦੇ ਮੁਖੋਂ ਬਚਨ ਹੀ ਨਹੀਂ ਕੋਈ ਨਿਕਲ ਰਿਹਾ। ਦੇਖ ਪ੍ਰੀਤ ਅਸ ਔਰ ਕੀ ਸਾਚੀ। ਇਸ ਤਰ੍ਹਾਂ ਇਹਦੇ ਹਿਰਦੇ ਦੀ ਸੱਚੀ ਸੁੱਚੀ ਪ੍ਰੀਤ ਦੇਖ ਕੇ ਸਤਿਗੁਰਾਂ ਨੇ ਨਾਨਕ ਜੀ ਗਿਰਾ ਉਬਾਚੀ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਕਹੀ ਹੈ, ਬਚਨ ਕਿਹਾ ਵੀ ਰਾਜਾ ਤੂੰ ਇੰਜ ਨਾ ਕਰ। ਤਰਹੁ ਧਿਆਨ ਨਿਤ ਔਰ ਅਵਨੀਪਾ। ਹੇ ਰਾਜਾ ਤੂੰ ਆਪਣੇ ਇੱਥੇ ਘਰ ਵਿੱਚ ਰਹਿ ਕੇ ਹਿਰਦੇ ਵਿੱਚ ਸਾਡਾ ਧਿਆਨ ਧਰਿਆ ਕਰ। ਧਰ ਮੈਂ ਹਾਂ ਤੁਮਰੇ ਸਦਾ ਸਮੀਪਾ। ਅਸੀਂ ਕਿਤੇ ਦੂਰ ਥੋੜ੍ਹੇ ਹਾਂ, ਅਸੀਂ ਤੇ ਤੇਰੇ ਨੇੜੇ ਤੇੜੇ ਤੇਰੇ ਕੋਲ ਹੀ ਹਾਂ। ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਪ੍ਰਭ ਨੇੜੇ ਨਾਹੀ ਹਰ ਦੂਰ। ਪ੍ਰਭੂ ਪਰਮੇਸ਼ਰ ਦੇ ਨੇੜੇ ਹੀ ਹੈ, ਕਦੀ ਦੂਰ ਨਹੀਂ ਹੁੰਦਾ। ਸੋਚ ਸੋ ਪੰਚਾਮ੍ਰਿਤ ਕਰਵਾਵੋ। ਇੱਕ ਸਾਡਾ ਬਚਨ ਹੈ ਵੀ ਜਦੋਂ ਵੀ ਤੇਰਾ ਜੀ ਕਰੇ ਦਿਲ ਕਰੇ ਪਵਿੱਤਰਤਾਈ ਨਾਲ ਪੰਚਾਮ੍ਰਿਤ 5 ਮੇਲ ਦਾ ਪ੍ਰਸ਼ਾਦ ਕੜਾ ਪ੍ਰਸ਼ਾਦ ਕਰਵਾ ਲੈਣਾ ਹੈ ਤੂੰ। ਟਕਾ ਰਾਖ ਅਰਦਾਸ ਅਲਾਵੋ। ਤੇ ਟਕਾ ਅੱਗੇ ਰੱਖ ਕੇ ਸੰਗਤ ਰੂਪ ਵਿੱਚ ਹੀ ਅਰਦਾਸ ਕਰਨੀ ਹੈ। ਦੋਹਰਾ ਹਾਜ਼ਰ ਹੋਵੋ ਆਨ ਤਬ। ਜਦੋਂ ਤੂੰ ਸੰਗਤ ਰੂਪ ਵਿੱਚ ਹੋ ਕੇ ਅਰਦਾਸ ਕਰੇਗਾ, ਟਕਾ ਅੱਗੇ ਰੱਖ ਕੇ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਰੱਖੇਗਾ
ਤੇ ਬੇਨਤੀ ਕਰੇਗਾ ਉਸੇ ਵੇਲੇ ਅਸੀਂ ਆਣ ਹਾਜ਼ਰ ਹੋਵਾਂਗੇ। ਕਰਾਂ ਕਾਮਨਾ ਪੂਰਾ, ਤੇਰੀ ਜਿਹੜੀ ਕਾਮਨਾ ਹੋਵੇਗੀ ਉਹ ਵੀ ਪੂਰੀ ਕਰਾਂਗੇ। ਆਸ ਕਹਿ ਬਹੁ ਧੀਰਜ ਦਿਓ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਬਹੁਤ ਧੀਰਜ ਹੌਸਲਾ ਦਿੱਤਾ ਹੈ ਰਾਜੇ ਸੁਦਰਸੈਨ ਨੂੰ। ਭੂਪਤ ਕੋ ਜਗ ਮੂਰ, ਰਾਜਾ ਜੋ ਜਗਤ ਦੇ ਮੁੱਢ ਰੂਪ ਹੈ, ਜਗਤ ਦਾ ਕਾਰਨ, ਗੁਰੂ ਨਾਨਕ ਸਾਹਿਬ ਜੀ ਰਾਜੇ ਨੂੰ ਐਸੀ ਧੀਰਜ ਦਿੱਤੀ ਹੈ। ਸਰਬ ਨਗਰ ਕੇ ਨਰ ਮਿਲੇ, ਉਸ ਵੇਲੇ ਵੀ ਗੁਰੂ ਸਾਹਿਬ ਜੀ ਚਲੇ ਚੱਲੇ ਐ। ਇਹ ਅਸੀਮ ਫਲ ਨਗਰ ਦੇ ਸਾਰੇ ਜਿਹੜੇ ਲੋਕ ਹੈ ਮਾਈ ਭਾਈ ਆ ਮਿਲੇ ਐ। ਝੰਡੇ ਆਦ ਜਿਆਨ, ਭਾਈ ਝੰਡਾ ਬਾਡੀ, ਇੰਦਰ ਸੈਨ, ਗੁਰੂ ਕੇ ਸਿੱਖ, ਸੁਦਰਸੈਨ ਰਾਜਾ, ਹੋਰ ਵੀ ਜੋ ਸਿੱਖ ਹੋਏ ਐ ਉਹ ਸਭ ਨਮਾਈ ਭਾਈ ਆਣ ਮਿਲੇ ਐ। ਇਹਨਾਂ ਕੋ ਧੀਰਜ ਦੇ, ਇਹਨਾਂ ਸਾਰਿਆਂ ਨੂੰ ਸਤਿਗੁਰ ਜੀ ਧੀਰਜ ਹੌਸਲਾ ਦੇ ਕੇ ਗੁਰੂ ਪੁਨ ਕੀਨੋ ਪ੍ਰਸਥਾਨ, ਤਿੰਨ ਕੋ ਧੀਰਜ ਦੇ ਗੁਰੂ ਗੁਰ ਪੁਨ ਕੀਨੋ ਪ੍ਰਸਥਾਨ। ਫਿਰ ਸਤਿਗੁਰ ਜੀ ਨੇ ਚੱਲਣਾ ਕੀਤਾ ਹੈ। ਸਭ ਨੂੰ ਹੌਸਲਾ ਦੇ ਕੇ ਵੀ ਜਿਸ ਨੇ ਭਾਈ ਸਾਡੇ ਦਰਸ਼ਨ ਕਰਨੇ ਹੋਣ ਉਹ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਤੇ ਇੱਕ ਟਕਾ ਅੱਗੇ ਰੱਖ ਕੇ ਸੰਗਤ ਰੂਪ ਵਿੱਚ ਅਰਦਾਸ ਕਰਨੀ ਹੈ। ਉਸੇ ਵੇਲੇ ਅਸੀਂ ਹਾਜ਼ਰ ਨਾਜ਼ਰ ਹੋ ਜਾਵਾਂਗੇ। ਤੁਹਾਡੀ ਮਨੋਕਾਮਨਾ ਭਾਵਨਾ ਪੂਰਨ ਕਰਾਂਗੇ, ਦਰਸ਼ਨ ਦਿਆ ਕਰਾਂਗੇ। ਸਭ ਨੂੰ ਹੌਸਲਾ ਦਿੱਤਾ ਹੈ, ਸਭ ਹੌਸਲੇ ਵਾਲੇ ਹੋ ਗਏ। ਇਹ ਜੋ ਮਹਾਨ ਹੀ ਉਪਦੇਸ਼ ਸਤਿਗੁਰੂ ਜੀ ਨੇ ਭਾਈ ਝੰਡਾ ਬਾਡੀ ਇੰਦਰ ਸੈਨ ਜੀ ਨੂੰ ਬਖਸ਼ਿਆ ਉਹ ਆਪਾਂ ਵਿਸਥਾਰ ਪੂਰਵਕ ਹੀ ਜਿਹੜਾ ਪ੍ਰਸੰਗ ਸਰਵਣ ਕੀਤਾ ਹੈ। ਹੁਣ ਇੱਥੇ ਪ੍ਰਸੰਗ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰ ਬਾਰ ਦੇ, ਸੁਦਰਸੈਨ ਝੰਡੇ ਬਾਡੀ ਕੋ ਪ੍ਰਸੰਗ, ਵਰਨਨੰ ਨਾਮ 350ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ 53ਵਾਂ ਅਧਿਆਇ ਸਮਾਪਤ ਹੋਇਆ, ਜਿਸ ਵਿੱਚ ਝੰਡੇ ਬਾਡੀ ਨੂੰ ਤੇ ਇੰਦਰ ਸੈਨ ਸੁਦਰਸੈਨ ਰਾਜੇ ਨੂੰ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ। ਸਰਬ ਨਗਰ ਕੇ ਨਰ ਮਿਲੇ, ਝੰਡੇ ਆਦ ਜੇ ਆਨ, ਤਿਨ ਕੋ ਧੀਰਜ ਦੇ ਗੁਰੂ ਪੁਨ ਕੀਨੋ ਅਸ ਪ੍ਰਸਥਾਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰ ਬਾਰ ਦੇ, ਸੁਦਰਸੈਨ ਝੰਡੇ ਬਾਡੀ ਕੋ ਪ੍ਰਸੰਗ, ਵਰਨਨੰ ਨਾਮ 350ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।